10ਵਾਂ ਅਧਿਆਇ ਅਸੀਂ 10ਵੀਂ ਐਦ ਤੋਂ ਪੜਾਂਗੇ ਕਿ ਸਾਡੇ ਸੰਤ ਕੀ ਕਹਿੰਦੇ। ਲਿਖਿਆ ਗਿਆ ਕਿ ਉਹਨਾਂ ਨੇ 9ਵੀਂ ਐਦ ਤੋਂ ਪੜ੍ਹਦੇ ਨਾ ਅਸੀਂ ਪ੍ਰਭੂ ਨੂੰ ਪਰਤਾਈਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ। ਸੱਪਾਂ ਤੋਂ ਨਾਸ਼ ਹੋਏ ਨਾ ਤੁਸੀਂ ਬੁੜਬੜਾਓ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜਬੁੜ ਕੀਤੀ। ਨਾਸ਼ ਕਰਨ ਵਾਲੇ ਤੋਂ ਨਾਸ਼ ਹੋਏ। ਸੰਤ ਸਾਨੂੰ ਚੇਤਾਵਨੀ ਦਿੰਦੇ ਆ ਕਿ ਅਸੀਂ ਪਰਮੇਸ਼ਵਰ ਨੂੰ ਪਰਤਾਈਏ ਨਾ। ਉਸੇ ਹੀ ਜੰਗਲ ਦੇ ਵਿੱਚ ਜਦੋਂ ਮਿਸਰ ਤੋਂ ਨਿਕਲੇ ਜਾ ਰਹੇ ਸੀ, ਕਈ ਵਾਰ ਉਹ ਬੁੜਬੜਾਏ, ਕਈ ਵਾਰ ਉਹ ਖਿਲਾਫ ਬੋਲੇ, ਕਈ ਵਾਰ ਉਹਨਾਂ ਨੇ ਪਰਮੇਸ਼ਵਰ ਦੇ ਖਿਲਾਫ, ਉਹਦੇ ਪੈਗੰਬਰ ਦੇ ਖਿਲਾਫ ਆਪਣਾ ਮੂੰਹ ਖੋਲਿਆ। ਬਾਈਬਲ ਦੱਸਦੀ ਕਿ ਅਸੀਂ ਦੇਖਦੇ ਕਿ ਯਹੂਦੀ ਸਫ਼ਰ ਕਰਦੇ ਕਰਦੇ ਥੱਕ ਗਏ ਤਾਂ ਉਹ ਠਹਿਰਨ ਦੇ ਲਈ ਮੋਸਿਸ ਖਿਲਾਫ ਬੋਲੇ ਅਤੇ ਕਹਿੰਦੇ ਤੂੰ ਸਾਨੂੰ ਕਿੱਥੇ ਉਸ ਉਜਾੜ ਦੇ ਵਿੱਚ ਲੈ ਕੇ ਆਇਆ ਕਿ ਅਸੀਂ ਇੱਥੇ ਮਰੀਏ। ਤੂੰ ਸਾਨੂੰ ਤਾਂ ਲੈ ਕੇ ਆਇਆ ਕਿ ਅਸੀਂ ਸਾਰੇ ਇੱਥੇ ਮਰ ਜਾਈਏ। ਕਹਿਣ ਲੱਗੇ ਮੋਸਿਸ ਨੇ ਕਿੱਦਾਂ ਦੀ ਜਗ੍ਹਾ, ਨਾ ਇੱਥੇ ਕੁਝ ਖਾਣ ਨੂੰ ਅਤੇ ਨਾ ਇੱਥੇ ਕੁਝ ਪੀਣ ਨੂੰ। ਉਹ ਕਹਿਣ ਲੱਗੇ ਕਿ ਜਿਹੜੀ ਰੋਟੀ ਤੂੰ ਸਾਨੂੰ ਦਿੰਦਾ, ਜਿਹੜੀ ਰੋਟੀ ਰੱਬ ਭੇਜਦਾ ਸੀ ਮਾਨਾ, ਉਹ ਕੀ ਕਹਿੰਦੇ ਇਹ ਤਾਂ ਨਕੰਮੀ ਰੋਟੀ ਹੈ, ਅਸੀਂ ਅੱਕ ਗਏ। ਉਹ ਰੋਟੀ ਜਿਹੜੀ ਰੱਬ ਨੇ ਭੇਜੀ, ਉਸ ਰੋਟੀ ਨੂੰ ਨਕੰਮੀ ਰੋਟੀ ਕਹਿੰਦੇ ਆ। ਰੱਬ ਦੀ ਬੇਇੱਜ਼ਤੀ ਕਰਦੇ ਤਾਂ ਰੱਬ ਨੇ ਉਹਨਾਂ ਦੀ ਭੁੱਖ ਦੂਰ ਕੀਤੀ। ਅਸੀਂ ਪੜ੍ਹਿਆ ਸੀ ਪੱਥਰਾਂ ਚੋਂ ਉਸਨੇ ਪਾਣੀ ਵੀ ਕੱਢਿਆ ਅਤੇ ਉਸਨੇ ਸਵਰਗ ਤੋਂ ਉਹਨਾਂ ਦੇ ਲਈ ਮਾਨਾ ਭੇਜੀ ਅਤੇ ਰੱਬ ਦੀ ਕਿਰਪਾ ਨੂੰ ਉਹ ਕੀ ਕਹਿੰਦੇ ਨਕੰਮੀ ਆ। ਰੱਬ ਦੀ ਰੋਟੀ ਨੂੰ ਕੀ ਕਹਿੰਦੇ ਕਿ ਨਕੰਮੀ, ਅਸੀਂ ਥੱਕ ਗਏ ਆ। ਇਹ ਮਾਨਾ ਹਰ ਰੋਜ਼ ਖਾਂਦੇ ਖਾਂਦੇ ਪਰਮੇਸ਼ਵਰ ਦਾ ਕ੍ਰੋਧ ਭੜਕ ਉੱਠਿਆ। ਪਰਮੇਸ਼ਵਰ ਦੇ ਦਿਲ ਨੂੰ ਸੱਟ ਲੱਗੀ ਕਿ ਉਸਨੇ ਕਿੰਨੀ ਪਰਵਾਹ ਕੀਤੀ ਯਹੂਦੀਆਂ ਦੀ ਕਿ ਜੰਗਲ ਦੇ ਵਿੱਚ, ਰੇਗਿਸਤਾਨ ਦੇ ਵਿੱਚ ਵੀ ਉਸਨੇ ਉਹਨਾਂ ਦੀ ਮਦਦ ਕੀਤੀ, ਰੋਟੀ ਦਿੱਤੀ, ਪੱਥਰਾਂ ਚੋਂ ਵੀ ਪਾਣੀ ਕੱਢਿਆ, ਬੜੀਆਂ ਬੜੀਆਂ ਕਰਾਮਾਤਾਂ ਕੀਤੀਆਂ। ਪਰ ਉਹ ਫਿਰ ਵੀ ਰੱਬ ਨੂੰ ਪਰਤਾਉਂਦੇ ਆ। ਰੱਬ ਦੀ ਦਿੱਤੀ ਦਾਤ ਨੂੰ ਨਕੰਮਾ ਕਹਿੰਦੇ ਆ। ਕਿੱਡਾ ਬੜਾ ਪਾਪ ਉਹਨੇ ਪਰਮੇਸ਼ਵਰ ਖਿਲਾਫ ਕੀਤਾ। ਉਹਨੇ ਧੰਨਵਾਦ ਨਹੀਂ ਕੀਤਾ ਜੋ ਰੱਬ ਨੇ ਭੇਜਿਆ। ਉਹਨੇ ਧੰਨਵਾਦ ਨਹੀਂ ਕੀਤਾ ਉਸ ਖਾਣੇ ਦਾ ਜੋ ਰੱਬ ਨੇ ਦਿੱਤਾ, ਬਲਕਿ ਉਹ ਉਸ ਖਾਣੇ ਦੇ, ਉਸ ਕਿਰਪਾ ਦੇ, ਉਸ ਦਇਆ ਦੇ ਖਿਲਾਫ ਬੋਲੇ। ਤਾਂ ਬਾਈਬਲ ਦੱਸਦੀ ਕਿ ਰੱਬ ਨੇ ਜ਼ਹਿਰੀਲੇ ਸੱਪ ਭੇਜੇ ਉਹਨਾਂ ਵਿੱਚ ਅਤੇ ਸੱਪਾਂ ਨੇ ਉਹਨਾਂ ਨੂੰ ਡਸਿਆ ਅਤੇ ਉਹ ਮਰਨ ਲੱਗੇ। ਮੋਸਿਸ ਅੱਗੇ ਉਹ ਪ੍ਰਾਰਥਨਾ ਕਰਦੇ, ਅਰਜ਼ ਕਰਦੇ ਕਿ ਮੋਸਿਸ ਰੱਬ ਨੂੰ ਕਹਿ ਇਹ ਸੱਪ ਦਾ ਸਰਾਫ ਦੂਰ ਲੈ ਜਾਵੇ। ਮੋਸਿਸ ਪਰਮੇਸ਼ਵਰ ਮੋਰੇ ਪ੍ਰਾਰਥਨਾ ਕਰਦਾ ਤਾਂ ਰੱਬ ਉਹਨੂੰ ਕਹਿੰਦਾ ਕਿ ਸੱਪ ਬਣਾਉਣ ਲਈ ਪ੍ਰਾਸਦਾ ਅਤੇ ਉਹ ਸੱਪ ਨੂੰ ਉੱਚੇ ਡੰਡੇ ਤੇ ਖੜਾ ਕਰਨ ਲਈ ਕਿ ਜਦੋਂ ਕਿਸੇ ਨੂੰ ਸੱਪ ਡਸੇ, ਅਗਰ ਉਹ ਸੱਪ ਵੱਲ ਦੇਖੋਗੇ, ਪਿੱਤਲ ਦੇ ਸੱਪ ਵੱਲ, ਉਹ ਜ਼ਹਿਰ ਕੰਮ ਨਹੀਂ ਕਰੂੰਗਾ। ਤਾਂ ਇਸੇ ਤਰ੍ਹਾਂ ਹੋਇਆ ਅਤੇ ਜਿਹੜਾ ਸੱਪ ਸੀ ਇਹ ਜੀਸਸ ਦੀ ਨਿਸ਼ਾਨੀ ਸੀ। ਜੀਸਸ ਨੇ ਆਪ ਕਿਹਾ ਕਿ ਜਿਸ ਤਰ੍ਹਾਂ ਮੋਸਿਸ ਨੇ ਸੱਪ ਨੂੰ ਉਠਾਇਆ, ਉਸੇ ਹੀ ਤਰ੍ਹਾਂ ਪਰਮਾਤਮਾ ਦਾ ਬੇਟਾ ਵੀ ਉਠਾਇਆ ਜਾਉ ਕਿ ਜੋ ਵੀ ਉਹਦੇ ਉੱਤੇ ਯਕੀਨ ਕਰੂੰਗਾ ਉਹ ਨਾਸ਼ ਨਾ ਹੋਊਗਾ। ਕਿਉਂਕਿ ਜਿਨ੍ਹਾਂ ਨੇ ਉਹ ਸੱਪ ਵੱਲ ਤੱਕਿਆ ਮੇਰੇ ਦੋਸਤੋ, ਉਹ ਮਰੇ ਨਹੀਂ। ਸੱਪ ਦੇ ਜ਼ਹਿਰ ਨੇ ਉਹਨਾਂ ਉੱਤੇ ਕੰਮ ਨਹੀਂ ਕੀਤਾ। ਤਾਂ ਜਿਸ ਤਰ੍ਹਾਂ ਉਹਨੇ ਪਰਮੇਸ਼ਵਰ ਦੀ ਮਾਨਾ ਨੂੰ ਤਿਆਗਿਆ, ਪਰਮੇਸ਼ਵਰ ਦੀ ਮਾਨਾ ਨੂੰ ਤੁੱਛ ਸਮਝਿਆ, ਨਕੰਮੀ ਰੋਟੀ ਕਹੀ, ਉਸੇ ਤਰ੍ਹਾਂ ਜੀਸਸ ਦੇ ਲੋਕਾਂ ਨੇ ਜੀਸਸ ਨੂੰ ਵੀ ਤਿਆਗਿਆ। ਬਾਈਬਲ ਦੱਸਦੀ ਉਹ ਆਪਣਿਆਂ ਕੋਲ ਆਇਆ ਪਰ ਆਪਣਿਆਂ ਨੇ ਉਹਨੂੰ ਕਬੂਲ ਨਹੀਂ ਕੀਤਾ। ਉਹਨੇ ਮੰਨਿਆ ਨਹੀਂ ਕਿ ਉਹਨਾਂ ਦਾ ਮਸਾਇਆ ਹੈ, ਮੁਕਤੀ ਦਾਤਾ, ਬਲਕਿ ਉਹ ਉਹਦੇ ਖਿਲਾਫ ਉੱਠੇ, ਉਹਨੂੰ ਝੂਠਾ ਪੈਗੰਬਰ ਕਿਹਾ। ਅਸੀਂ ਦੇਖਦੇ ਹਾਂ ਕਿ ਸੱਪ ਸਰਾਫੀ ਸੀ ਕਿਉਂਕਿ ਰੱਬ ਨੇ ਸੱਪ ਨੂੰ ਸਰਾਫ ਦਿੱਤਾ ਅਤੇ ਉਹ ਸੱਪ ਸ਼ੈਤਾਨ ਹੈ।
ਇੱਥੇ ਦੇਖਦੇ ਕਿ ਜੀਸਸ ਸਾਡੇ ਲਈ ਸਰਾਫੀ ਬਣੂਗਾ ਜਦੋਂ ਸਲੀਬ ਤੇ ਟੰਗਿਆ ਜਾਊ, ਜਿਸ ਤਰ੍ਹਾਂ ਸੱਪ ਡੰਡੇ ਤੇ ਟੰਗਿਆ ਗਿਆ ਸੀ। ਜੀਸਸ ਸਾਡੇ ਸਰਾਫ, ਸਾਡੇ ਪਾਪ ਅਤੇ ਜਿਹੜਾ ਨਿਆਂ ਸਾਡੇ ਤੇ ਆਉਣਾ ਸੀ ਉਹਦੇ ਉੱਤੇ ਆਇਆ, ਤਾਂ ਕਿ ਜਿਹੜਾ ਆਦਮੀ ਆਪਣੇ ਪਾਪਾਂ 'ਚ ਮਰਦਾ ਆ, ਜਿਹੜਾ ਪਾਪਾਂ ਦੇ ਡੰਗ ਦੇ ਨਾਲ ਡੰਗਿਆ ਗਿਆ, ਬਾਈਬਲ ਕੀ ਕਹਿੰਦੀ? ਪਾਪਾਂ ਦੀ ਸਜ਼ਾ ਮੌਤ ਆ, ਪਰ ਪਰਮੇਸ਼ਵਰ ਕਹਿੰਦਾ ਮੈਂ ਜ਼ਿੰਦਗੀ ਦੇਣ ਆਇਆ। ਅਗਰ ਤੁਸੀਂ ਮਰ ਰਹੇ ਆ, ਪਾਪ ਤੁਹਾਨੂੰ ਖਤਮ ਕਰ ਰਿਹਾ, ਤੁਸੀਂ ਨਰਕ ਨੂੰ ਜਾ ਰਹੇ ਆ, ਪਰ ਜੇ ਤੁਸੀਂ ਮੇਰੇ ਵੱਲ ਦੇਖੋਗੇ, ਮੰਨੋਗੇ ਮੈਂ ਪਰਮੇਸ਼ਵਰ ਦਾ ਬੇਟਾ, ਮੰਨੋਗੇ ਮੈਂ ਤੁਹਾਡੇ ਲਈ ਕੀਮਤ ਤਾਰੀ, ਉਹ ਜ਼ਹਿਰ ਕੰਮ ਨਹੀਂ ਕਰੂੰਗਾ ਕਿ ਚਾਹੇ ਮੇਰੇ ਵਿੱਚ ਜਿਹੜਾ ਮਰ ਵੀ ਜਾਵੇ ਉਹ ਤਾਂ ਵੀ ਜੀਂਦਾ ਰਹੂੰਗਾ, ਕਿਉਂਕਿ ਉਹ ਜ਼ਹਿਰ ਨੇ ਕੰਮ ਨਹੀਂ ਕੀਤਾ। ਸੋ ਇਹ ਅਸੀਂ ਦੇਖਿਓ ਨਹੀਂ ਪਰਮੇਸ਼ਵਰ ਨੂੰ ਪਰਤਾਇਆ। ਅਸੀਂ ਵੀ ਜੀਸਸ ਤੋਂ ਅੱਕੀਏ ਨਾ, ਅਸੀਂ ਵੀ ਜੀਸਸ ਤੋਂ ਥੱਕੀਏ ਨਾ। ਕਈ ਲੋਕੀ ਜੀਸਸ ਨਾਲ ਅੱਕ ਕੇ ਥੱਕ ਕੇ ਘਰਾਂ ਨੂੰ ਚਲੇ ਗਏ, ਬੇਮੁਖ ਹੋ ਗਏ, ਆਪਣਾ ਮੂੰਹ ਨਹੀਂ ਜੀਸਸ ਤੋਂ ਮੋੜ ਲਿਆ, ਕਿਉਂਕਿ ਉਹ ਥੱਕ ਗਏ ਜੀਸਸ ਨਾਲ ਤੁਰਦੇ ਤੁਰਦੇ। ਉਹ ਥੱਕ ਗਏ ਉਹਨੂੰ ਮੰਨਦੇ। ਇਸ ਕਰਕੇ ਕਈ ਲੋਕੀ ਰਾਹ ਦੇ ਵਿੱਚ ਡਿੱਗ ਪਏ। ਅੱਜ ਕੱਲ੍ਹ ਵੀ ਕਈ ਜੀਸਸ ਨੂੰ ਛੱਡ ਕੇ ਜਾ ਰਹੇ ਆ, ਕਿਉਂਕਿ ਉਹ ਥੱਕ ਗਏ ਜੀਸਸ ਨਾਲ ਤੁਰਦੇ। ਉਹ ਦੁਨੀਆ ਨਾਲ ਤੁਰਨਾ ਚਾਹੁੰਦੇ, ਰੱਬ ਦੇ ਨਾਲ ਤੁਰਨ ਨਾਲੋਂ। ਉਹ ਦੁਨੀਆ ਦਾ ਹੱਥ ਫੜਨਾ ਚਾਹੁੰਦੇ ਆ ਜੀਸਸ ਦੇ ਹੱਥ ਫੜਨ ਨਾਲੋਂ। ਜੀਸਸ ਦੇ ਦੁੱਖ ਉਹਨਾਂ ਨੂੰ ਨਹੀਂ ਚਾਹੀਦੇ, ਉਹਨਾਂ ਨੂੰ ਦੁਨੀਆ ਦੇ ਮੌਜ ਮੇਲੇ ਚਾਹੀਦੇ ਆ। ਪਰ ਜੀਸਸ ਦੇ ਨਾਲ ਦੁੱਖ ਸਹਿਣਾ ਚੰਗਾ ਆ ਮੌਜ ਮੇਲਿਆਂ ਨਾਲੋਂ, ਕਿਉਂਕਿ ਦੁਨੀਆ ਦੇ ਮੌਜ ਮੇਲੇ ਇੱਕ ਦਿਨ ਖਤਮ ਹੋ ਜਾਣਗੇ, ਇੱਕ ਦਿਨ ਮੁੱਕ ਜਾਣਗੇ। ਪਰ ਜਿਹੜੇ ਮੌਜ ਮੇਲੇ ਅਸੀਂ ਲਏ ਆ, ਸਾਨੂੰ ਉਹਨਾਂ ਦੀ ਕੀਮਤ ਤਾਰਨੀ ਪੈਣੀ ਆ, ਕਿਉਂਕਿ ਹਰ ਸ਼ਖਸ ਉਹਦੇ ਸਿਗਾਸ਼ਨ ਮੋਰੇ ਖੜੂੰਗਾ। ਹਰੇਕ ਸ਼ਖਸ ਨੂੰ ਲੇਖਾ ਦੇਣਾ ਪੈਣਾ। ਮੌਜ ਮੇਲੇ ਥੋੜੇ ਚਿਰ ਲਈ, ਪਰ ਜੇ ਅਸੀਂ ਜੀਸਸ ਲਈ ਦੁੱਖ ਭੋਗਦੇ ਆ, ਉਹ ਦੁੱਖਾਂ ਦਾ ਨਤੀਜਾ ਕੀ ਆ ਕਿ ਹੁਣ ਦੁੱਖ ਭੋਗਦੇ ਆ, ਪਰ ਗਾਹਾਂ ਅਸੀਂ ਆਰਾਮ ਕਰਾਂਗੇ। ਸੰਤ ਜੀ ਕਹਿੰਦੇ, ਸੰਤ ਪੌਲ ਕਹਿੰਦਾ ਕਿ ਜਿਹੜੇ ਦੁੱਖ ਅਸੀਂ ਦੁਨੀਆ 'ਚ ਭੋਗਦੇ ਆ, ਉਸ ਮੋਰੇ ਕੁਛ ਵੀ ਨਹੀਂ ਜੋ ਰੱਬ ਨੇ ਤੁਹਾਡੇ ਲਈ ਰੱਖਿਆ ਆ। ਉਹਦੇ ਮੋਰੇ ਦੁੱਖ ਥੋੜੇ ਚਿਰਾਂ ਦੇ। ਸੋ ਜੀਸਸ ਦੇ ਨਾਲ ਤੁਰਦੇ ਤੁਰਦੇ ਥੱਕੋ ਨਾ, ਜਿਸ ਤਰ੍ਹਾਂ ਯਹੂਦੀ ਥੱਕ ਗਏ। ਜੀਸਸ ਦੀ ਰੋਟੀ ਨੂੰ ਨਕੰਮਾ ਨਾ ਕਹੋ, ਬਲਕਿ ਤੁਸੀਂ ਉਹਦੇ ਬਚਨਾਂ। ਅੱਜ ਕੱਲ੍ਹ ਲੋਕੀ ਰੱਬ ਵੱਲ ਨਹੀਂ ਹੋਰ ਚੀਜ਼ਾਂ ਵੱਲ ਦੇਖਦੇ। ਹੁਣ ਰੱਬ ਦੇ ਬਚਨ ਨੂੰ ਕੰਮੇ ਲੱਗਣ ਲੱਗ ਪਏ। ਕਦੇ ਵੀ ਬਾਈਬਲ ਨਹੀਂ ਖੋਲ੍ਹੀ, ਬਾਈਬਲ ਨਹੀਂ ਪੜ੍ਹੀ, ਕਿਉਂਕਿ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਆ। ਜਿਹੜੇ ਬੱਚੇ ਨੇ ਕੋਈ ਦਿਨ ਉਹਨਾਂ ਨੂੰ ਪਿਆਰੇ ਲੱਗਦੇ ਸੀ, ਮਿੱਠੇ ਲੱਗਦੇ ਸੀ, ਹੁਣ ਨਕੰਮੇ ਬਣ ਗਏ। ਇੱਕ ਦਿਨ ਹੋ ਜਾਣਗੇ ਬਾਈਬਲ ਖੋਲ ਕੇ ਘੰਟਾ ਪੜ੍ਹਦੇ ਸੀ, ਹੁਣ ਹਫ਼ਤੇ 'ਚ ਇੱਕ ਵਾਰੀ ਵੀ ਨਹੀਂ ਖੋਲਦੇ, ਕਿਉਂਕਿ ਉਹਨਾਂ ਦੀਆਂ ਨਜ਼ਰਾਂ 'ਚ ਬਚਨ ਬੋਰਿੰਗ ਆ, ਨਕੰਮੇ ਹੋ ਚੁੱਕੇ ਆ। ਕਿ ਅਸੀਂ ਇੱਦਾਂ ਦੇ ਨਾ ਹੋਈਏ, ਸਾਨੂੰ ਮਿਸਾਲ ਸੰਤ ਕਹਿੰਦੇ ਇੱਦਾਂ ਦੇ ਲੋਕ ਨਾ ਹੋਵੋ ਰੋਟੀ ਨੂੰ ਨਕੰਮੀ ਕਹਿਣ ਲੱਗੇ। ਉਹ ਰੋਟੀ ਜਿਹੜੀ ਰੱਬ ਨੇ ਉਹਨਾਂ ਨੂੰ ਦਿੱਤੀ ਸੀ, ਉਹ ਖਾਂਦੇ ਥੱਕ ਗਏ, ਨਕੰਮੀ ਕਹਿਣ ਲੱਗ ਪਏ। ਫਿਰ ਅਸੀਂ ਕਹਾਂ ਪੜ੍ਹਦੇ ਸੰਤ ਜੀ ਕੀ ਉਦਾਹਰਨ ਦਿੰਦੇ ਆ? 10ਵੀਂ ਆਇਤ, ਅਤੇ ਨਾ ਤੁਸੀਂ ਬੁੜਬੁੜ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜਬੁੜ ਕੀਤੀ, ਨਾਸ਼ ਕਰਨ ਵਾਲੇ ਤੋਂ ਨਾਸ਼ ਹੋਏ। ਸੋ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ, ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ, ਜਿਨ੍ਹਾਂ ਉੱਤੇ ਯੁੱਗਾਂ ਦੇ ਅੰਤ ਆਣ ਪਹੁੰਚੇ। ਸੰਤ ਜੀ ਕੀ ਕਹਿੰਦੇ? ਰੱਬ ਦੇ ਖਿਲਾਫ ਨਾ ਬੋਲੋ, ਕਿਉਂਕਿ ਜਿਹੜੇ ਲੋਕੀ ਬੁੜਬੁੜ ਕਰਦੇ ਆ, ਖਿਲਾਫ ਬੋਲਦੇ ਆ, ਉਹਨਾਂ ਉੱਤੇ ਵੀ ਸਰਾਫ ਆਉ। ਸੰਤ ਜੀ ਕਹਿੰਦੇ ਚੀਜ਼ਾਂ ਹੋਈਆਂ ਸਾਨੂੰ ਨਸੀਹਤ ਦੇਣ ਲਈ, ਵਾਰਨਿੰਗ ਦੇਣ ਲਈ, ਨਸੀਹਤ ਕਿ ਅਸੀਂ ਉਹ ਗਲਤੀਆਂ ਨਾ ਕਰੀਏ ਜਿਹੜੀ ਉਹਨੇ ਕੀਤੀਆਂ ਸੀ, ਤਾਂ ਕਿ ਸਾਡੇ ਉੱਤੇ ਵੀ ਉਹ ਸਰਾਫ ਨਾ ਹੋਵੇ ਜਿਹੜਾ ਉਹਨਾਂ ਉੱਤੇ ਆਇਆ ਸੀ, ਕਿ ਅਸੀਂ ਉਹਨਾਂ ਦੀਆਂ ਗਲਤੀਆਂ ਤੋਂ ਸਿੱਖੀਏ, ਉਹਨਾਂ ਦੀਆਂ ਗਲਤੀਆਂ ਤੋਂ ਸਿੱਖਿਆ ਪ੍ਰਾਪਤ ਕਰੀਏ ਕਿ ਉਹਨੇ ਗਲਤੀ ਕੀਤੀ ਕਿ ਮੈਂ ਉਹ ਨਾ ਕਰਾਂ ਜੋ ਕਰ ਚੁੱਕੇ ਆ। ਤਾਂ ਅਸੀਂ ਦੇਖਦੇ ਕਿ ਪਰਮੇਸ਼ਵਰ ਦਾ ਸਰਾਫ ਕਿਸ ਤਰ੍ਹਾਂ ਉਹਨਾਂ ਲੋਕਾਂ ਤੇ ਆਇਆ, ਕਿਉਂਕਿ ਰੱਬ ਦੇ ਖਿਲਾਫ ਬੋਲੇ। ਬਾਈਬਲ ਸਾਨੂੰ ਦੱਸਦੀ ਆ ਕੋਰਾ ਬਾਰੇ ਇੱਕ ਆਦਮੀ, ਕੋਰਾ, ਦਾਥਨ, ਅਬੀਰਾਮ, ਇਹ ਤਿੰਨ ਜਣੇ ਮੋਸਿਸ ਖਿਲਾਫ ਉੱਠੇ। ਇਹਨਾਂ ਨੇ ਰੱਬ ਦੇ ਚਰਚ ਨੂੰ ਭੜਕਾਇਆ,
ਇਹਨਾਂ ਦੇ ਮਗਰ 250 ਬੰਦੇ ਹੋਰ ਰਲ ਗਏ। ਉਹ ਸਾਰੇ ਕੌਣ ਸੀ? ਬਜ਼ੁਰਗ, ਇਜ਼ਰਾइल ਦੇ ਬਜ਼ੁਰਗ। ਅਤੇ ਕੋਰਾ ਕੌਣ ਸੀ? ਉਹ ਸੀ ਲੀਵਾਈਟ ਘਰਾਣੇ ਤੋਂ, ਉਸ ਰੱਬ ਦਾ ਸੇਵਾਦਾਰ ਮੰਦਰ ਦੇ ਵਿੱਚ। ਉਹ ਮੋਸਿਸ ਦੇ ਖਿਲਾਫ ਉੱਠੇ ਕਿ ਰੱਬ ਨੇ ਕੱਲਾ ਐਰਨ ਨੂੰ ਚੁਣਿਆ ਪਾਦਰੀ ਬਣ ਲਈ ਕਿ ਅਸੀਂ ਨਹੀਂ ਬਣ ਸਕਦੇ ਬੜੇ ਜਾਜਕ। ਇਬਰਾਹਿਮ ਨੇ ਉਹਨਾਂ ਨੂੰ ਕਿਹਾ ਰੱਬ ਦਾ ਸ਼ੁਕਰ ਕਰੋ, ਰੱਬ ਨੇ ਤੁਹਾਨੂੰ ਚੁਣਿਆ। ਰੱਬ ਦਾ ਸ਼ੁਕਰ ਕਰੋ, ਉਸਨੇ ਤੁਹਾਨੂੰ ਲੀਵਾਈ ਬਣਾਇਆ, ਮੰਦਰ ਦੇ ਵਿੱਚ ਸੇਵਾਦਾਰ ਬਣਾਇਆ। ਪਰ ਤੁਸੀਂ ਹਜੇ ਵੀ ਨਹੀਂ ਰੱਜੇ, ਤੁਸੀਂ ਸੇਵਾਦਾਰ ਤੋਂ ਵੀ ਬੜਾ ਬਣਨਾ ਚਾਹੁੰਦੇ ਆ। ਪਾਦਰੀ ਐਰਨ ਦੇ ਖਿਲਾਫ ਬੋਲੇ, ਮੋਸਿਸ ਦੇ ਉਹ ਖਿਲਾਫ ਬੋਲੇ। ਅਤੇ ਕੋਰਾ ਕਹਿਣ ਲੱਗਾ ਮੋਸਿਸ ਨੂੰ ਕਿ ਹੁਣ ਤੁਸੀਂ ਬਸ ਕਰੋ, ਤੁਸੀਂ ਇਕੱਲੇ ਪਵਿੱਤਰ ਨਹੀਂ ਆ। ਮੋਸਿਸ ਨੂੰ ਕਹਿੰਦਾ ਰੱਬ ਦੇ ਸਾਰੇ ਲੋਕ ਪਵਿੱਤਰ ਆ, ਤੁਸੀਂ ਇਕੱਲੇ ਨਹੀਂ ਪੈਗੰਬਰ, ਸਾਰੇ ਲੋਕ ਪਵਿੱਤਰ ਆ। ਤੁਸੀਂ ਕਿੱਦਾਂ ਆਪਣੇ ਆਪ ਨੂੰ ਸਾਰੀ ਸਭਾ ਨਾਲੋਂ ਬੜਾ ਸਮਝਦੇ ਆ, ਜਮਨਾ ਉੱਤੇ ਹਕੂਮਤ ਚਲਾਉਂਦੇ। ਮੋਸਿਸ ਦੇ ਖਿਲਾਫ ਬੋਲੇ। ਇਹ ਆਪਣੇ ਆਪ ਨੂੰ ਕੀ ਸਮਝਦਾ? ਕੱਲਾ ਇਹਦੇ ਨਾਲ ਹੀ ਰੱਬ ਬੋਲਿਆ, ਸਾਡੇ ਨਾਲ ਨਹੀਂ ਬੋਲਿਆ। ਕੱਲਾ ਇਹਨੂੰ ਰੱਬ ਦਾ ਪਤਾ, ਸਾਨੂੰ ਨਹੀਂ ਪਤਾ। ਅੱਜ ਕੱਲ ਦੇ ਲੋਕੀ ਜੀਸਸ ਕੋ ਮਾੜਾ ਜਿਹਾ ਆਉਂਦੇ, ਉਹ ਸੋਚਦੇ ਉਹਨੂੰ ਸਾਰਾ ਕੁਝ ਪਤਾ ਰੱਬ ਬਾਰੇ। ਉਹਦੇ ਖਿਲਾਫ ਬੋਲੇ, ਆਪਣੇ ਆਪ ਨੂੰ ਉੱਚਾ ਬਣਾਉਣਾ ਚਾਹੁੰਦੇ ਸੀ। ਮੋਸਿਸ ਨੇ ਦੂਏ ਦਿਨ ਉਹਨਾਂ ਨੂੰ ਸੱਦਿਆ ਕਿ ਆਓ। ਉਹ ਆਏ ਨਹੀਂ, ਉਹ ਕਹਿੰਦੇ ਅਸੀਂ ਨਹੀਂ ਜਾਣਾ। ਮੋਸਿਸ ਨੇ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਪਾਦਰੀ ਬਣਾਉਣਾ ਚਾਹੁੰਦੇ, ਰੱਬ ਆਪ ਚੁਣੀਦਾ ਕਰੋ, ਤੁਸੀਂ ਧੂਫ ਲੈ ਕੇ ਆਓ ਦੀ ਹਜ਼ੂਰੀ ਮੋਰੇ, ਜਿਹਨੂੰ ਰੱਬ ਚੁਣੂਗਾ ਉਹੀ ਉਹਦਾ ਹੋਊਗਾ। ਅਸੀਂ ਦੇਖਦੇ ਕਿ ਕੋਰਾ, ਅਬੀਰਾਮ, ਡੈਥਨ ਨੇ ਆਪਣੇ ਮਗਰ ਚਰਚ ਦੇ ਹੋਰ ਲੋਕਾਂ ਨੂੰ ਵੀ ਨਾਲ ਰਲਾ ਲਿਆ, ਮੋਸਿਸ ਦੇ ਖਿਲਾਫ ਬੋਲੇ। ਅਤੇ ਬਾਈਬਲ ਕੀ ਕਹਿੰਦੀ? ਉਹਦੇ ਨਾਲ ਕਿੰਨੇ 250 ਬੰਦੇ ਰਲ ਗਏ। ਇਹ ਕੌਣ ਸੀ? ਸਧਾਰਨ ਬੰਦੇ ਨਸੂ। ਇਹ ਬਜ਼ੁਰਗ ਸੀਗੇ ਜਿਨ੍ਹਾਂ ਨੂੰ ਚੁਣਿਆ ਸੀਗਾ ਹਕੂਮਤ ਕਰਨ ਲਈ, ਜਾਂ ਯਹੂਦੀਆਂ ਦੇ ਜਿਹੜੇ ਆਗੂ ਲੀਡਰ ਸੀਗੇ 250 ਲੀਡਰ, ਉਹ ਵੀ ਰਲ ਗਏ ਨਾਲ ਡੋਥਨ ਤੇ ਕੋਰਾ ਦੇ ਨਾਲ। ਉਹ ਵੀ ਮੋਸਿਸ ਦੇ ਖਿਲਾਫ ਬੋਲੇ। ਪਰਮੇਸ਼ਵਰ ਦਾ ਨਿਆਂ ਆਇਆ। ਪਰਮੇਸ਼ਵਰ ਨੇ ਕਿਹਾ ਲੋਕਾਂ ਨੂੰ ਮੋਸਿਸ ਰਾਹੀਂ ਕਿ ਜਿਹੜੇ ਆਲੇ ਦੁਆਲੇ ਅਬੀਰਾਮ, ਡੈਥਨ, ਕੋਰਾ ਦੇ ਘਰਾਂ ਦੇ ਜਾਂ ਤੰਬੂਆਂ ਦੇ ਆਲੇ ਦੁਆਲੇ ਰਹਿੰਦੇ ਹੋ, ਪਰੇ ਹੋ ਜਾਣ, ਕਿਤੇ ਇਹ ਨਾ ਹੋਵੇ ਤੁਸੀਂ ਵੀ ਇਹਨਾਂ ਦੇ ਨਾਲ, ਉਹ ਤਾਂ ਮਰਦੇ, ਤੁਸੀਂ ਵੀ ਨਾਲ ਮਾਰਨਾ, ਮਰ ਜਾ। ਤਾਂ ਰੱਬ ਕਹਿੰਦਾ ਕੋਰਾ ਨੂੰ, ਜੇ ਤੁਸੀਂ ਕੁਦਰਤੀ ਮੌਤੇ ਮਰੋ ਤਾਂ ਇਸਰਾਫ ਰੱਬ ਵੱਲੋਂ ਨਹੀਂ, ਪਰ ਜੇ ਕੋਈ ਅਜੀਬ ਚੀਜ਼ ਹੋਵੇ ਇੱਥੇ ਤੱਕ ਕਿ ਧਰਤੀ ਮੂੰਹ ਖੋਲ ਲਵੇ ਤਾਂ ਜਾਣੋ ਕਿ ਇਹ ਰੱਬ ਵੱਲੋਂ ਇਸਰਾਫ ਹੈ। ਉਸੇ ਵੇਲੇ ਧਰਤੀ ਖੁੱਲ ਗਈ। ਅਬੀਰਾਮ, ਡੈਥਨ, ਕੋਰਾ, ਉਹਦੇ ਨਾਲ ਜਿਹੜੇ ਲੋਕੀ ਸੀ ਖਤਮ ਹੋਏ। ਧਰਤੀ ਉਹਨਾਂ ਨੂੰ ਥੱਲੇ ਨਿਕਲ ਗਈ। ਉਹਨਾਂ ਦੇ ਬੱਚੇ, ਉਹਨਾਂ ਦੀਆਂ ਮਾਵਾਂ ਸਾਰੇ ਡਿੱਗ ਗਏ। ਧਰਤੀ ਨੇ ਫੇਰ ਤੋਂ ਉਹਨਾਂ ਨੂੰ ਆਪਣੇ ਵਿੱਚ ਅਲੋਪ ਕਰ ਲਿਆ। ਕਿਆ ਲੋਕਾਂ ਨੇ ਰੱਬ ਵੱਲ ਨਜ਼ਰ ਕੀਤੀ? ਕਿਆ ਲੋਕਾਂ ਨੂੰ ਸਿੱਖਿਆ ਮਿਲੀ? ਨਹੀਂ। ਕਿਆ ਲੋਕੀ ਇਹ ਕਰਤੱਵ ਦੇਖ ਕੇ ਡਰ ਗਏ? ਨਹੀਂ। ਕਹਾਂ ਜਾ ਕੇ ਬਾਈਬਲ ਕਹਿੰਦੀ ਕਿ ਦੂਸਰੇ ਦਿਨ ਜਿਹੜੇ ਆਮ ਲੋਕੀ ਸੀ ਉਹ ਮੋਸਿਸ ਖਿਲਾਫ ਉਠਾਏ। ਸਾਰੀ ਮੰਡਲੀ ਇਹ ਆ ਕੇ ਮੋਸਿਸ ਐਰਨ ਖਿਲਾਫ ਬੋਲਣ ਲੱਗੀ। ਤੁਸੀਂ ਯਹੋਵਾ ਦੀ ਪਰਜਾ ਨੂੰ ਮਾਰ ਸੁੱਟਿਆ, ਕਿ ਤੁਸੀਂ ਨਾ ਬੰਦਿਆਂ ਨੂੰ ਮਾਰਿਆ। ਐਰਨ ਤੇ ਮੋਸਿਸ ਨੂੰ ਕਹਿੰਦੇ ਤੁਸੀਂ ਕਾਤਲ ਆ, ਖੂਨੀ ਆ, ਤੁਸੀਂ ਰੱਬ ਦੀ ਮੰਡਲੀ ਨੂੰ ਮਾਰਤਾ, ਉਹਨਾਂ ਨੂੰ ਬਰਬਾਦ ਕਰਤਾ। ਫਿਰ ਇਉਂ ਹੋਇਆ ਕਿ ਜਦ ਮੰਡਲੀ ਮੋਸਿਸ ਤੇ ਐਰਨ ਦੇ ਵਿਰੁੱਧ ਇਕੱਠੀ ਹੋਈ, ਉਹਨਾਂ ਦੇ ਮੰਡਲੀ ਦੇ ਤੰਬੂ ਵੱਲ ਨਿਗਾਹ ਮਾਰੀ, ਵੇਖੋ ਬੱਦਲ ਨੇ ਉਹਨਾਂ ਨੂੰ ਢੱਕ ਲਿਆ। ਪਰਜਾ ਨੇ ਕੀ ਕੀਤਾ? ਮੋਸਿਸ ਐਰਨ ਦੇ ਖਿਲਾਫ ਉੱਠੇ, ਉਹਨਾਂ ਉੱਤੇ ਹਮਲਾ ਕਰਨ ਨੂੰ ਵੀ ਕਿ ਤੁਸੀਂ ਇਹ ਕੀ ਕੀਤਾ? ਰੱਬ ਦੇ ਲੋਕਾਂ ਨੂੰ ਖਤਮ ਕੀਤਾ। ਸਭ ਕਿ ਉਹ ਡਰੇ ਨਹੀਂ ਜੋ ਹੋਇਆ, ਹੋਰ ਵਿਗੜ ਗਏ, ਉਹ ਹੋਰ ਬੜਬੜਾਏ। ਉਹਨੇ ਸਿੱਖਿਆ ਨਹੀਂ ਪ੍ਰਾਪਤ ਕੀਤੀ ਕਿ ਉਹਨਾਂ ਲੋਕਾਂ ਨਾਲ ਅਜੇ ਕੱਲ ਕੀ ਹੋਇਆ ਸੀ, ਕਿ ਅਸੀਂ ਨਸੀਹਤ ਲਈਏ, ਅਸੀਂ ਸਿੱਖੀਏ, ਪਰ ਉਹਨੇ ਸਿੱਖਿਆ ਨਹੀਂ। ਉਹ ਫੇਰ ਉੱਠ ਖੜੇ। ਅਤੇ ਕੀ ਹੋਇਆ?
ਉਹ ਤੰਬੂ ਵੱਲ ਉੱਠੇ ਤਾਂ ਉੱਥੇ ਪਰਮੇਸ਼ਵਰ ਦੀ ਹਾਜ਼ਰੀ ਆਉਂਦੀ ਆ। ਰੱਬ ਆਪ ਉੱਥੇ ਆਉਂਦਾ ਆਪਣੀ ਹਾਜ਼ਰੀ ਵਿੱਚ। ਰੱਬ ਉਹਨਾਂ ਉੱਤੇ ਪਲੇਗ ਭੇਜਦਾ। 14,700 ਬੰਦਾ ਮਰ ਗਿਆ। ਕਿਉਂਕਿ ਉਹ ਬੁੜ ਬੜਾ ਹੈ। ਕਿਹਦੀ ਖਾਤਰ? ਰੱਬ ਅਤੇ ਮੋਸਿਸ ਤੇ ਐਰਨ ਦੇ ਖਿਲਾਫ। ਹੋ ਸਕੇ ਅੱਜ ਪਰਮੇਸ਼ਵਰ ਧਰਤੀ ਨਾ ਖੋਲੇ ਅਤੇ ਲੋਕਾਂ ਨੂੰ ਨਿਗਲੇ ਨਾ। ਹੋ ਸਕੇ ਰੱਬ ਅੱਜ ਪਲੇਗ ਨਾ ਭੇਜੇ ਜਿਸ ਤਰ੍ਹਾਂ ਉੱਥੇ ਪਲੇਗ ਭੇਜੀ ਸੀ। ਪਰ ਇਹ ਚੀਜ਼ਾਂ ਇੱਕ ਵਾਰੀ ਰੱਬ ਨੇ ਸਾਨੂੰ ਨਸੀਹਤ ਦੇਣ ਲਈ ਕੀਤੀਆਂ ਕਿ ਚੀਜ਼ਾਂ ਇਸ ਤਰ੍ਹਾਂ ਕਰਨੀਆਂ ਖਤਰਨਾਕ ਆ ਕਿ ਜੇ ਅਸੀਂ ਕਰਾਂਗੇ ਇੱਕ ਦਿਨ ਸਾਨੂੰ ਵੀ ਰੱਬ ਮੂਹਰੇ ਖੜ ਕੇ ਲੇਖਾ ਦੇਣਾ ਪੈਣਾ ਅਤੇ ਉਹਨਾਂ ਪਾਪਾਂ ਦੀ ਸਜ਼ਾ ਭੋਗਣੀ ਪੈਣੀ। ਕਿਉਂਕਿ ਰੱਬ ਚਾਹੁੰਦਾ ਕਿ ਅਸੀਂ ਆਪਣੀਆਂ ਜ਼ਬਾਨਾਂ ਨੂੰ ਆਪਣੇ ਬਸ ਦੇ ਵਿੱਚ ਰੱਖੀਏ ਕਿ ਨਾ ਸਾਡੀ ਜ਼ਬਾਨ ਰੱਬ ਦੇ ਖਿਲਾਫ ਨਾ ਕਿਸੇ ਖਿਲਾਫ ਖੁੱਲੇ। ਮਰੀਅਮ ਮੋਸਿਸ ਦੀ ਭੈਣ, ਐਰਨ ਬੜਾ ਪਾਦਰੀ ਮੋਸਿਸ ਦਾ ਭਰਾ, ਭੈਣ ਭਰਾ ਵੀ ਮੋਸਿਸ ਖਿਲਾਫ ਬੋਲਣ ਲੱਗੇ ਕਿਉਂਕਿ ਉਸਨੇ ਉਹ ਤੀਵੀਂ ਨਾਲ ਵਿਆਹ ਕੀਤਾ ਸੀ ਜਿਹੜੀ ਹਬਸ਼ਣ ਸੀ ਜਾਂ ਇਥਿਓਪੀਆ ਦੀ ਰਹਿਣ ਵਾਲੀ ਸੀ। ਅਤੇ ਕਹਿਣ ਲੱਗੇ ਕਿ ਕਿਆ ਰੱਬ ਨੇ ਮੋਸਿਸ ਨੂੰ ਇਕੱਲੇ ਨੂੰ ਚੁਣਿਆ ਕਿ ਰੱਬ ਨੇ ਸਾਡੇ ਨਾਲ ਗੱਲ ਨਹੀਂ ਕੀਤੀ, ਇਹ ਇਕੱਲਾ ਹੀ ਆ ਜਿਹਦੇ ਨਾਲ ਰੱਬ ਗੱਲਾਂ ਕਰਦਾ। ਮੋਸਿਸ ਵਿਚਾਰੇ ਨੂੰ ਕੁਝ ਵੀ ਨਹੀਂ ਪਤਾ ਕਿ ਲੋਕੀ ਉਹਦੇ ਖਿਲਾਫ ਬੋਲ ਰਹੇ ਆ, ਪਰ ਰੱਬ ਨੇ ਸਾਰੀਆਂ ਗੱਲਾਂ ਸੁਣ ਲਈਆਂ। ਜਿਸ ਰਾਜ ਵੀ ਰੱਬ ਸਜ਼ਾ ਨਾ ਦੇ ਪਰ ਰੱਬ ਸੁਣਦਾ। ਉਹ ਸੁਣਦਾ ਕਿ ਜੋ ਆਦਮੀ ਬੋਲਦਾ ਤੇ ਕਹਿੰਦਾ ਬਾਈਬਲ ਕੀ ਕਹਿੰਦੀ ਕਿ ਹਰੇਕ ਲਫ਼ਜ਼ ਜੋ ਸਾਡੇ ਮੂੰਹ ਚੋਂ ਨਿਕਲਦਾ ਅਸੀਂ ਉਹਦਾ ਲੇਖਾ ਇੱਕ ਦਿਨ ਦੇਵਾਂਗੇ। ਰੱਬ ਨੇ ਇਕੱਠੇ ਕੀਤਾ ਐਰਨ ਉਹਨਾਂ ਨੂੰ ਤਾਂ ਕਿਹਾ ਕਿ ਤੁਸੀਂ ਮੇਰੇ ਪੈਗੰਬਰ ਦੇ ਖਿਲਾਫ ਬੋਲੇ, ਕਿ ਮੋਸਿਸ ਦੇ ਖਿਲਾਫ ਬੋਲੇ। ਅਗਰ ਮੈਂ ਕਿਸੇ ਬੰਦੇ ਨੂੰ ਚੁਣਿਆ ਤਾਂ ਮੈਂ ਆਪਣਾ ਆਪ ਉਹਦੇ ਮੋਹਰੇ ਜ਼ਾਹਰ ਕਰੂੰਗਾ ਕਿ ਮੋਸਿਸ ਨਾਲ ਮੈਂ ਆਮ ਬੰਦਿਆਂ ਨਾਲ ਮੰਗੂ ਨਹੀਂ। ਕਹਿੰਦਾ ਮੈਂ ਤਾਂ ਮੋਸਿਸ ਨਾਲ ਆਮੋ ਸਾਹਮਣੇ ਗੱਲ ਕਰਦਾ ਹਾਂ। ਕਿਸ ਬੰਦੇ ਨਾਲ ਤਾਂ ਮੈਂ ਆਮੋ ਸਾਹਮਣੇ ਗੱਲ ਕਰਦਾ ਹਾਂ ਕਿਉਂਕਿ ਇਹਨੂੰ ਮੈਂ ਚੁਣੇ, ਕਿਉਂਕਿ ਉਹ ਬੁੜ ਬੜਾਏ ਰੱਬ ਦੇ ਪੈਗੰਬਰ ਦੇ ਖਿਲਾਫ ਬੋਲੇ। ਬਾਈਬਲ ਕੀ ਕਹਿੰਦੀ ਕਿ ਰੱਬ ਨੇ ਸਰਾਫ ਮਰੀਅਮ ਨੂੰ ਦਿੱਤਾ, ਮੋਸਿਸ ਦੀ ਭੈਣ, ਅਤੇ ਉਹ ਕੋੜੀ ਹੋ ਗਈ। ਉਹਦੇ ਉੱਤੇ ਕੋੜ ਆਇਆ ਤਾਂ ਜਦ ਤੱਕ ਉਹਦਾ ਕੋੜ ਦੂਰ ਨਹੀਂ ਗਿਆ, ਐਰਨ ਮੋਸਿਸ ਮੋਰੇ ਅਰਜ਼ ਕਰਦਾ ਰੱਬ ਅੱਗੇ ਪ੍ਰਾਰਥਨਾ ਕਰਨ ਨੂੰ ਕਿਉਂਕਿ ਉਹਦੀ ਭੈਣ ਨੂੰ ਹੁਣ ਕੋੜ ਹੋ ਗਿਆ। ਰੱਬ ਉਹਦੇ ਕੋੜ ਨੂੰ ਦੂਰ ਲੈ ਜਾਵੇ ਕਿਉਂਕਿ ਉੱਥੋਂ ਹਿਲ ਨਾ ਸੁ ਸਕਦੇ, ਉਹਨਾਂ ਦੇ ਤੰਬੂ ਗਾਹਾਂ ਨਾ ਸੁ ਜਾ ਸਕਦੇ ਜਦ ਤੱਕ ਮਰੀਅਮ ਠੀਕ ਨਹੀਂ ਹੁੰਦੀ। ਫਿਰ ਥੋੜੇ ਦਿਨਾਂ ਬਾਅਦ, ਹਫ਼ਤੇ ਬਾਅਦ ਰੱਬ ਮਰੀਅਮ ਨੂੰ ਠੀਕ ਕਰਦਾ, ਉਹ ਠੀਕ ਹੁੰਦੀ ਹੈ। ਪਰ ਇਹ ਚੀਜ਼ਾਂ ਸੰਤ ਜੀ ਕਹਿੰਦੇ ਕਿ ਰੱਬ ਨੇ ਸਾਨੂੰ ਨਸੀਹਤ ਦਿੱਤੀ ਹੈ ਕਿਦਾਂ ਦੇ ਨਾ ਬਣੋ। ਰੱਬ ਇਹ ਸਰਾਪ ਭੇਜੂਗਾ, ਰੱਬ ਇਹਨਾਂ ਦੀ ਚੀਜ਼ਾਂ ਨਾਲ ਗੁੱਸੇ 'ਚ ਅਸੀਂ ਬੁੜਬੜਾਈਏ, ਉਹਦੇ ਖਿਲਾਫ ਬੋਲੀਏ, ਉਹਦੇ ਖਿਲਾਫ ਉੱਠੀਏ ਜਾਂ ਮੂਰਤੀਆਂ ਮਗਰ ਜਾਈਏ। ਸੋ ਅਸੀਂ ਕਹਾ ਹੁਣ 17ਵੀਂ ਐਤ ਪੜ੍ਹਦੇ ਆ, 17ਵੀਂ ਐਤ ਗਾਹਾਂ ਪੜ੍ਹਦੇ ਆ ਬੜਾ 11ਵੀਂ। ਸੋ ਇਹਨਾਂ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ, ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ। ਉਹਨਾਂ ਉੱਤੇ ਯੁੱਗਾਂ ਦੇ ਅੰਤ ਆਣ ਪਹੁੰਚੇ ਹਨ। ਗੱਲ ਕਰਦੀ ਜੇ ਕੋਈ ਆਪਣੇ ਆਪ ਨੂੰ ਖਲੋਤਾ ਸਮਝਦਾ ਹੈ ਸੋ ਸਾਵਧਾਨ ਰਹੇ ਭਈ ਕਿਤੇ ਡਿੱਗ ਨਾ ਪਵੇ। ਇਹ ਨਾ ਸਮਝੋ ਕਿ ਮੈਂ ਖੜਾ ਹਾਂ। ਕੀ ਲਿਖਿਆ? ਬੜੇ ਬੜੇ ਡਿੱਗ ਪਏ, ਮਹਾਨ ਮਹਾਨ ਡਿੱਗ ਪਏ। ਆਪਣੇ ਵਿੱਚ ਹੰਕਾਰ ਨਾ ਕਰੋ ਕਿ ਮੈਂ ਖੜਾ। ਕਹਿੰਦਾ ਜਿਹੜਾ ਬੰਦਾ ਖੜਾ ਧਿਆਨ ਦੇਵੇ ਉਹ ਕਿਤੇ ਡਿੱਗ ਨਾ ਜਾਵੇ। ਕਈ ਵਾਰ ਅਸੀਂ ਲੋਕਾਂ ਦਾ ਨਿਆਥਾ ਕਰਦੇ ਨਹੀਂ, ਵਿਸ਼ਵਾਸ ਗਵਾ ਲਿਆ। ਖਬਰਦਾਰ ਰਹੋ, ਹੋ ਸਕੇ ਕੱਲ ਨੂੰ ਤੁਸੀਂ ਵੀ ਡਿੱਗ ਪਾਓ, ਹੋ ਸਕੇ ਕੱਲ ਨੂੰ ਤੁਹਾਡਾ ਵਿਸ਼ਵਾਸ ਵੀ ਚਲੇ ਜਾਵੇ, ਹੋ ਸਕੇ ਕੱਲ ਨੂੰ ਤੁਸੀਂ ਵੀ ਜੀਸਸ ਨੂੰ ਛੱਡ ਕੇ ਚਲੇ ਜਾਓ ਕਿਉਂਕਿ ਬੜੇ ਬੜੇ ਡਿੱਗ ਚੁੱਕੇ। ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖਾਂ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ਵਰ ਵਫਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਪਾਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇ ਦੇ ਨਾਲ ਬਚ ਜਾਣ ਦਾ ਉਪਾਅ ਵੀ ਕਰ ਦੇਵੇਗਾ ਭਈ ਤੁਸੀਂ ਝੱਲ ਸਕੋ। ਪਰਤਾਵਾ ਪਾਪ ਨਹੀਂ ਆ, ਪਰਤਾਵੇ ਵਿੱਚ ਡਿੱਗਣਾ ਪਾਪ ਆ।
ਅਤੇ ਜਿਹੜਾ ਪ੍ਰਤਾਵਾ ਆਉਂਦਾ, ਇਹ ਨਹੀਂ ਕਿ ਸ਼ੈਤਾਨ ਕੱਲਾ ਪ੍ਰਤਾਉਂਦਾ, ਕਈ ਵਾਰੀ ਸਾਡਾ ਆਪਣਾ ਸਰੀਰ ਵੀ ਸਾਨੂੰ ਪ੍ਰਤਾਉਂਦਾ। ਕਈ ਵਾਰੀ ਸਾਡੇ ਬਿਨਾਂ ਸ਼ੈਤਾਨ ਤੋਂ, ਕਈ ਵਾਰੀ ਸਾਡੇ ਸਰੀਰ ਦੇ ਵਿੱਚ ਕਈ ਖਾਹਿਸ਼ਾਂ ਜਾਗਦੀਆਂ ਜਿਹੜੀਆਂ ਸਾਨੂੰ ਪਤਾ ਰੱਬ ਦੇ ਖਿਲਾਫ ਹੈ। ਜਿਹੜਾ ਆਦਮੀ ਡਰਗ ਖਾਂਦਾ ਜੀਸਸ ਕੋਲ ਆਉਂਦਾ, ਪਰਮੇਸ਼ਵਰ ਉਹਨੂੰ ਠੀਕ ਕਰਦਾ, ਪਰ ਫਿਰ ਵੀ ਕਦੇ ਕਦੇ ਉਹਦੇ ਅੰਦਰ ਫਿਰ ਤੋਂ ਉਹ ਖਾਹਿਸ਼ ਜਾਗੂਗੀ ਕਿ ਮੈਂ ਥੋੜਾ ਜਿਹਾ ਚੱਕ ਕੇ ਖਾ ਕੇ ਦੇਖਾਂ। ਇਹ ਸ਼ੈਤਾਨ ਨਹੀਂ, ਉਹਦਾ ਖੁਦ ਦਾ ਸਰੀਰ ਉਹਨੂੰ ਪ੍ਰਤਾਉਂਦਾ। ਪਾਪ ਕਦੋਂ? ਜਦੋਂ ਪ੍ਰਤਾਪ ਆਉਂਦਾ ਨਹੀਂ, ਜਦੋਂ ਬੰਦਾ ਡਿੱਗਦਾ, ਉਹ ਪ੍ਰਤਾਪ ਵਿੱਚ। ਸੰਤ ਜੀ ਕਹਿੰਦੇ ਕਿ ਰੱਬ ਜਾਣਦਾ, ਤੁਸੀਂ ਕਦੇ ਕਹਿ ਨਹੀਂ ਸਕਦੇ ਕਿ ਮੇਰਾ ਪ੍ਰਤਾਵਾ ਬਹੁਤ ਬੜਾ ਸੀ, ਮੇਰੇ ਤੋਂ ਸਹਿਆ ਨਹੀਂ ਗਿਆ, ਮੈਂ ਡਿੱਗ ਪਿਆ। ਸੰਤ ਕਹਿੰਦੇ ਗਲਤ ਹੈ। ਪਰਮੇਸ਼ਵਰ ਕਦੇ ਵੀ ਤੁਹਾਨੂੰ ਇੰਨਾ ਪ੍ਰਤਾਵੇ ਵਿੱਚ ਨਹੀਂ ਆਣ ਦੋਗੇ ਜਿਹੜਾ ਤੁਸੀਂ ਝੱਲ ਵੀ ਨਾ ਸਕੋ। ਉਹਨੂੰ ਪਤਾ ਤੁਹਾਡੇ ਵਿੱਚ ਤਾਕਤ ਹੈਗੀ ਆ। ਉਹ ਪ੍ਰਤਾਵੇ ਦਾ ਸਾਹਮਣਾ ਕਰਨ ਲਈ ਕਈ ਵਾਰੀ ਬਾਹਰੋਂ ਤਾਂ ਅਸੀਂ ਨੋ ਕਹਿੰਦੇ ਆ, ਅੰਦਰੋਂ ਅਸੀਂ ਯਸ ਕਹਿੰਦੇ ਆ। ਬਾਹਰੋਂ ਕਹਿੰਦੇ ਯਾਰ ਮੈਂ ਨਹੀਂ ਕਰਨਾ, ਮੈਂ ਨਹੀਂ ਕਰਨਾ, ਅੰਦਰੋਂ ਦਿਲ ਕਰਦਾ। ਤਾਂ ਰੱਬ ਇਹ ਵੀ ਜਾਣਦਾ। ਕਈ ਵਾਰੀ ਅਸੀਂ ਡਿੱਗਦੇ ਆ ਕਿਉਂਕਿ ਅਸੀਂ ਡਿੱਗਣਾ ਚਾਹੁੰਦੇ, ਪਰ ਇਹ ਨਹੀਂ ਕਹਿ ਸਕਦੇ ਕਿ ਪ੍ਰਤਾਵਾ ਬਹੁਤ ਬੜਾ ਸੀ, ਮੇਰੇ ਤੋਂ ਸਹਾਰਿਆ ਨਹੀਂ ਗਿਆ। ਸੰਤ ਜੀ ਕਹਿੰਦੇ ਰੱਬ ਕੋਈ ਵੀ ਪ੍ਰਤਾਵਾ ਤੁਹਾਡੀ ਜ਼ਿੰਦਗੀ 'ਚ ਆਣ ਨਹੀਂ ਦਊਗਾ ਜਿਹੜਾ ਤੁਸੀਂ ਝੱਲ ਨਾ ਸਕੋ। ਉਹਨੂੰ ਪਤਾ ਤੁਹਾਡੇ 'ਚ ਕਿੰਨੀ ਤਾਕਤ ਆ ਉਹ ਪ੍ਰਤਾਵਾ ਝੱਲਣ ਦੇ ਲਈ। ਈਡਨ ਦੇ ਬਾਗ ਦੇ ਵਿੱਚ ਜਿਹੜਾ ਪ੍ਰਤਾਵਾ ਆਇਆ ਆਦਮ ਤੇ ਈਵ ਕੋਲ, ਸ਼ੈਤਾਨ ਨੇ ਪ੍ਰਤਾਇਆ, ਉਹ ਪ੍ਰਤਾਵਾ ਇੰਨਾ ਬੜਾ ਨਹੀਂ ਸੀ ਕਿ ਦੋਨੋਂ ਜਣੇ ਝੱਲ ਨਾ ਸਕਦੇ। ਪ੍ਰਤਾਵਾ ਸੌਖਾ ਸੀ। ਰੱਬ ਨੇ ਕਿਹਾ ਉਹ ਫਲ ਨਹੀਂ ਖਾਣਾ, ਸ਼ੈਤਾਨ ਕਹਿੰਦਾ ਖਾ ਲਾ। ਪਰ ਯਾਦ ਰੱਖੋ, ਸ਼ੈਤਾਨ ਨੇ ਨਾ ਤਾਂ ਉਹਨਾਂ ਦੀ ਬਾਂਹ ਮਰੋੜੀ ਕਿ ਉਹ ਖਾਣ, ਨਾ ਸ਼ੈਤਾਨ ਨੇ ਜ਼ਬਰਦਸਤੀ ਉਹ ਫਲ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ। ਉਹਨਾਂ ਦੀ ਮਰਜ਼ੀ ਸੀ। ਜਿਸ ਤਰ੍ਹਾਂ ਅਸੀਂ ਪਿੱਛੇ ਕਹਿ ਚੁੱਕੇ, ਰੱਬ ਇਨਸਾਨ ਦੀ ਮਰਜ਼ੀ ਦਾ ਆਦਰ ਕਰੂੰਗਾ ਕਿ ਤੁਸੀਂ ਕੀ ਚਾਹੁੰਦੇ ਆ। ਸਜ਼ਾ ਬਸ਼ੱਕ ਤੁਹਾਨੂੰ ਮਿਲੇ ਜਾਂ ਨਾ ਮਿਲੇ, ਪਰ ਤੁਹਾਡੀ ਮਰਜ਼ੀ ਰੱਬ ਹੋਣ ਦਊਂਗਾ ਕਿਉਂਕਿ ਤੁਹਾਡੀ ਮਰਜ਼ੀ ਆ। ਰੱਬ ਨੇ ਹਰੇਕ ਨੂੰ ਮਰਜ਼ੀ ਦਿੱਤੀ ਹੈ। ਪਰ ਆਦਮ ਤੇ ਈਵ ਨੇ ਚੁਣਿਆ, ਸ਼ੈਤਾਨ ਨੇ ਕੱਲਾ ਪ੍ਰਤਾਇਆ। ਉਹਨਾਂ ਜ਼ਬਰਦਸਤੀ ਖੜਾਇਆ, ਨਾ ਜ਼ਬਰਦਸਤੀ ਉਹਨਾਂ ਦੀ ਬਾਂਹ ਮਰੋੜੀ, ਸਿਰਫ ਉਸਨੇ ਗੱਲਾਂ ਹੀ ਕੀਤੀਆਂ, ਖਾ ਲਾ। ਉਹਨਾਂ ਨੇ ਕਿਉਂ ਖਾਧਾ? ਕਿਉਂਕਿ ਅੰਦਰੋਂ ਉਹ ਖਾਣਾ ਚਾਹੁੰਦੇ ਸੀ। ਪ੍ਰਤਾਵਾ ਇੰਨਾ ਔਖਾ ਨਸੂ ਕਿ ਉਹ ਸਹਾਰ ਨਸੂ ਸਕਦੇ। ਉਹਨਾਂ ਨੂੰ ਕੀ ਕਰਨਾ ਚਾਹੀਦਾ ਸੀ? ਉੱਥੋਂ ਤੁਰ ਪੈਂਦੇ ਕਿ ਅਸੀਂ ਤੇਰੀ ਗੱਲ ਨਹੀਂ ਸੁਣਨੀ। ਸਭ ਪ੍ਰਤਾਵਾ ਮੁੱਕ ਗਿਆ, ਪਰ ਨਹੀਂ ਗਿਆ, ਉੱਥੇ ਖੜੇ ਰਹੇ, ਸ਼ੈਤਾਨ ਦੀਆਂ ਗੱਲਾਂ ਸੁਣਦੇ ਰਹੇ। ਸ਼ੈਤਾਨ ਬਾਰੇ ਇੱਕ ਚੀਜ਼ ਆ ਕਿ ਉਹਦੀਆਂ ਗੱਲਾਂ ਮਿੱਠੀਆਂ ਬਹੁਤ ਹੁੰਦੀਆਂ, ਤਾਂ ਹੀ ਲੋਕੀ ਡਿੱਗਦੇ ਆ। ਸ਼ੈਤਾਨ ਬਹੁਤ ਜ਼ਿਆਦਾ ਮਿੱਠਾ ਬੋਲਦਾ, ਮਿੱਠਾ ਬੋਲ ਕੇ ਲੋਕਾਂ ਨੂੰ ਭਰਮਾਉਂਦਾ। ਅਸੀਂ ਉਹਦੀ ਮਿਠਾਸ 'ਚ ਆ ਜਾਂਦੇ, ਇਹ ਨਹੀਂ ਪਤਾ ਕਿ ਉਹਦੀ ਮਿਠਾਸ ਜ਼ਹਿਰ ਆ। ਤਾਂ ਅਸੀਂ ਦੇਖਦੇ ਹੋ ਪ੍ਰਤਾਵਾ ਸੌਖਾ ਸੀ। ਸ਼ੈਤਾਨ ਨੇ ਜ਼ਬਰਦਸਤੀ ਨਹੀਂ ਕੀਤੀ, ਸਿਰਫ ਉਹਨਾਂ ਨਾਲ ਗੱਲ ਕੀਤੀ ਕਿ ਫਲ ਖਾ ਲਾ। ਉਹ ਉੱਥੋਂ ਜਾ ਸਕਦੇ ਸੀ, ਉਸ ਜਗ੍ਹਾ ਤੋਂ ਹਿਲ ਸਕਦੇ ਸੀ, ਪਰ ਉੱਥੇ ਹੀ ਖੜੇ ਰਹੇ। ਇਹ ਜਿਹੜਾ ਪ੍ਰਤਾਵਾ ਅਸੀਂ ਬਾਈਬਲ 'ਚ ਪੜ੍ਹਦੇ, ਏਦਾਂ ਲੱਗਦਾ 1 ਮਿੰਟ ਦੇ ਵਿੱਚ ਪ੍ਰਤਾਵਾ ਖਤਮ ਹੋ ਗਿਆ। ਨਹੀਂ, ਹੋ ਸਕੇ ਅੱਧਾ ਘੰਟਾ ਸ਼ੈਤਾਨ ਗੱਲਾਂ ਕਰਦਾ ਰਿਹਾ, ਹੋ ਸਕੇ ਘੰਟਾ ਗੱਲਾਂ ਕਰਦਾ ਰਿਹਾ, ਪਰ ਉਹ ਉੱਥੇ ਖੜੇ ਰਹੇ। ਅਗਰ ਉਹ ਕਹਿੰਦੇ ਅਸੀਂ ਵੀ ਤੇਰੀ ਗੱਲ ਸੁਣਨੀ, ਸਾਡਾ ਰੱਬ ਕਹਿੰਦਾ ਨਹੀਂ ਖਾਣਾ, ਖਤਮ। ਅਤੇ ਇਹਨਾਂ ਦੇ ਵਿੱਚ ਤਾਕਤ ਸੀਗੀ ਏਦਾਂ ਕਰਨ ਦੀ, ਕਿਉਂਕਿ ਬਾਈਬਲ ਕਹਿੰਦੀ ਰੱਬ ਤੁਹਾਨੂੰ ਹੱਦ ਤੋਂ ਵੱਧ ਪ੍ਰਤਾਵਾ ਨਹੀਂ ਆਉਣ ਦਊਗਾ। ਉਹਨੂੰ ਪਤਾ ਸੀ ਕਿ ਉਹਨਾਂ ਤਾਕਤ ਆ ਨੋ ਕਹਿਣ ਦੀ, ਨਹੀਂ ਕਹਿਣ ਦੀ, ਪਰ ਅੰਦਰੋਂ ਉਹਨਾਂ ਦਿਲ ਕਹਿੰਦਾ ਸੀ ਯੈਸ, ਕਿ ਖਾ ਕੇ ਦੇਖੀਏ ਰੱਬ ਕਾਹਨੂੰ ਕਹਿੰਦਾ ਨਹੀਂ ਖਾਣਾ। ਸੰਤ ਜੀ ਕਹਿੰਦਾ ਕਿ ਰੱਬ ਵਫਾਦਾਰ ਆ, ਉਹ ਤੁਹਾਨੂੰ ਐਵੇਂ ਨਹੀਂ ਡਿਗੜ ਦਊਂਗਾ ਕਿ ਜੇ ਤੁਹਾਡੀ ਜ਼ਿੰਦਗੀ 'ਚ ਪ੍ਰਤਾਵਾ ਆ ਜਾਵੇ ਤਾਂ ਰੱਬ ਕੋਈ ਨਾ ਕੋਈ ਰਾਹ ਬਣਾਊਗਾ ਤੁਹਾਡਾ ਬਾਹਰ ਨਿਕਲਣ ਨੂੰ। ਅਗਰ ਤੁਸੀਂ ਸੱਚੀ ਉਹ ਪ੍ਰਤਾਵੇ 'ਚੋਂ ਨਿਕਲਣਾ ਚਾਹੁੰਦੇ ਆ ਤਾਂ ਰੱਬ ਰਾਹ ਜ਼ਰੂਰ ਬਣਾਊਗਾ। ਉਹ ਤੁਹਾਨੂੰ ਉੱਥੇ ਨਹੀਂ ਰਹਿਣ ਦਊਗਾ। ਰੱਬ ਰਾਹ ਬਣਾਊਗਾ ਤੁਹਾਡੇ ਬਚਾਓ ਦਾ, ਤੁਹਾਨੂੰ ਬਚਾਉਣ ਲਈ ਉਸ ਤੋਂ। 14ਵੀਂ ਐ ਇਸ ਕਰਕੇ ਮੇਰੇ ਪਿਆਰਿਓ,
ਤੁਸੀਂ ਮੂਰਤੀ ਪੂਜਾ ਤੋਂ ਭੱਜੋ। ਸੰਤ ਜੀ ਬਾਰ-ਬਾਰ ਕ੍ਰਿੰਥ ਨੂੰ ਕਿਉਂ ਕਹਿ ਰਹੇ? ਅਸੀਂ ਕ੍ਰਿੰਥ ਦੀ ਕਹਾਣੀ ਅੱਗੇ ਪੜ੍ਹੀ, ਪ੍ਰਚਾਰ ਕੀਤਾ, ਦੱਸਿਆ ਗਿਆ ਕਿ ਕ੍ਰਿੰਥ ਗ੍ਰੀਸ ਦੇ ਵਿੱਚ ਸ਼ਹਿਰ ਆ। ਕ੍ਰਿੰਥ ਦੇ ਵਿੱਚ ਬੜੇ ਬੜੇ ਮੰਦਿਰ ਸੀ। ਕ੍ਰਿੰਥ ਮੂਰਤੀ ਪੂਜਾ ਦੇ ਵਿੱਚ ਮਗਨ ਸੀ, ਸਾਰੇ ਮੂਰਤੀ ਪੂਜਕ ਸੀ। ਤਾਂ ਜਦੋਂ ਸੰਤ ਜੀ ਪ੍ਰਚਾਰ ਕਰਨ ਆਏ ਕ੍ਰਿੰਥ, ਤਾਂ ਕ੍ਰਿੰਥ ਦੇ ਵਿੱਚ ਕਈਆਂ ਲੋਕਾਂ ਨੇ ਜੀਸਸ ਉੱਤੇ ਯਕੀਨ ਕੀਤਾ, ਪਰ ਉਹ ਲੋਕੀ ਆਏ ਕਿੱਥੋਂ ਸੀ? ਮੂਰਤੀ ਪੂਜਾ ਤੋਂ। ਇਸ ਕਰਕੇ ਖਤਰਾ ਸੀ ਕਿ ਮੁੜ ਕੇ ਉੱਥੇ ਨਾ ਚਲੇ ਜਾਣ ਮੂਰਤੀ ਪੂਜਾ ਦੇ ਵਿੱਚ। ਇਹ ਵੀ ਖਤਰਾ ਸੀ ਕਿ ਜੀਸਸ ਦੇ ਵਿੱਚ ਵੀ ਉਹ ਮੂਰਤੀ ਪੂਜਾ ਨਾ ਕਰਨ ਲੱਗ ਪੈਣ, ਜਾਂ ਮੂਰਤੀਆਂ ਨਾ ਬਣਾਉਣ ਲੱਗ ਪੈਣ ਜੀਸਸ ਦੀਆਂ। ਜਾਂ ਹੋਰ ਸੰਤ ਜੀ ਕਹਿੰਦੇ ਮੂਰਤੀ ਪੂਜਾ ਤੋਂ ਨੱਠੋ ਕੇ ਤੁਸੀਂ ਬਚ ਕੇ ਆਏ ਆ, ਕਿ ਤੁਸੀਂ ਕ੍ਰਿੰਥੀਅਨ ਸਾਰੇ ਪੁਜਾਰੀ ਸੀ ਬੁੱਤਾਂ ਦੇ ਮੰਦਿਰਾਂ ਦੇ ਜਿਹੜੇ ਕ੍ਰਿੰਥ ਦੇ ਵਿੱਚ ਹੈ, ਅਤੇ ਉੱਥੋਂ ਤੁਸੀਂ ਹੁਣ ਬਾਹਰ ਨਿਕਲੇ ਹੋ ਮੂਰਤੀ ਪੂਜਾ। ਤਾਂ ਉਹਨਾਂ ਨੂੰ ਕਿਹਾ ਕਿ ਮੁੜ ਕੇ ਉੱਥੇ ਨਾ ਜਾ, ਮੂਰਤੀ ਪੂਜਾ ਤੋਂ ਬਚ ਕੇ ਰਹੋ। ਇਸ ਕਰਕੇ ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਭੱਜੋ। ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਤੁਹਾਡੇ ਨਾਲ ਬੋਲਦਾ ਆ। ਜੋ ਮੈਂ ਆਖਦਾ ਆ ਸੋ ਤੁਸੀਂ ਉਹਦੀ ਜਾਂਚ ਕਰੋ। ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਆ, ਕਿਆ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ? ਉਹ ਰੋਟੀ ਜਿਹਨੂੰ ਅਸੀਂ ਤੋੜਦੇ ਆ, ਕਿ ਮਸੀਹ ਦੇ ਸਰੀਰ ਦੀ ਜਾਂਚ ਨਹੀਂ? ਸੰਤ ਜੀ ਹੁਣ ਗੱਲ ਕਰਦੇ ਹੋ ਮੇਜ਼ ਦੀ, ਜਿਹਨੂੰ ਅਸੀਂ ਰੱਬ ਦਾ ਮੇਜ਼ ਕਹਿੰਦੇ ਆ। ਜੀਸਸ ਨੇ ਆਪਣੇ ਸੇਵਕਾਂ ਨੂੰ ਕਦੇ ਇਹ ਨਹੀਂ ਕਿਹਾ ਕਿ ਉਹਦਾ ਜਨਮ ਦਿਨ ਮਨਾਉਣਾ, ਕਿਉਂਕਿ ਉਹਨੂੰ ਪਤਾ ਕਿ ਉਹਦਾ ਕੋਈ ਜਨਮ ਦਿਨ ਨਹੀਂ। ਉਹ ਸ਼ੁਰੂ ਤੋਂ ਆਦਿ ਤੋਂ ਇੱਕੋ ਜਿਹਾ ਪਰਮੇਸ਼ਵਰ। ਉਹਦੇ ਸੇਵਕਾਂ ਨੇ ਉਹਦਾ ਜਨਮ ਨਹੀਂ ਮਨਾਇਆ, ਨਾ ਜੀਸਸ ਨੇ ਕਿਹਾ ਉਹਨਾਂ ਨੂੰ ਉਹਦਾ ਜਨਮ ਮਨਾਉਣ ਲਈ, ਕਿਉਂਕਿ ਦੁਨੀਆ ਦੇ ਸਾਰੇ ਹੀ ਧਰਮ ਆਪਣੇ ਦੇਵੀ ਦੇਵਤਿਆਂ ਦੇ ਜਨਮ ਮਨਾਉਂਦੇ ਆ। ਪਰ ਜੀਸਸ ਦੇ ਵਿੱਚ ਉਹਨੇ ਇਹ ਨਹੀਂ ਕਿਹਾ ਕਿ ਮੇਰਾ ਜਨਮ ਮਨਾਉਣਾ, ਕਿਉਂਕਿ ਉਹ ਆਦਿ ਪਰਮੇਸ਼ਵਰ ਸੀ, ਸ਼ੁਰੂ ਦੇ ਵਿੱਚ ਸ਼ਬਦ ਸੀ, ਉਹਦਾ ਕੋਈ ਜਨਮ ਦਿਨ ਨਹੀਂ। ਪਰ ਉਹਨੇ ਇੱਕ ਚੀਜ਼ ਕਹੀ ਸੀ ਆਪਣੇ ਚਰਚ ਨੂੰ, ਕਿ ਉਹਦਾ ਜਨਮ ਨਹੀਂ ਮਨਾਉਣਾ, ਪਰ ਉਹਦੀ ਮੌਤ ਮਨਾਉਣਾ। ਉਹਦੀ ਮੌਤ ਨੂੰ ਚੇਤੇ ਕਰਨਾ, ਕਿਉਂਕਿ ਉਹਦੀ ਮੌਤ ਜਾਂ ਜਿਹਦੀ ਕੁਰਬਾਨੀ ਰਾਹੀਂ ਅਸੀਂ ਬਚਾਏ ਗਏ ਆ, ਜਿਹਦੀ ਕੁਰਬਾਨੀ ਦੁਆਰਾ ਅਸੀਂ ਰੱਬ ਦੇ ਦੋਸਤ ਬਣੇ ਆ, ਜਿਹਦੀ ਕੁਰਬਾਨੀ ਦੁਆਰਾ ਅਸੀਂ ਦੂਰ ਸੀਗੇ ਉਹਦੇ ਲਾਗੇ ਲਿਆਂਦੇ ਗਏ ਆ, ਜਿਹਦੀ ਕੁਰਬਾਨੀ ਦੁਆਰਾ ਅਸੀਂ ਹੁਣ ਰੱਬ ਦੇ ਦੋਸਤ ਬਣੇ, ਉਹ ਯਾਦ ਕਰਨ ਨੂੰ। ਉਹਦਾ ਜਨਮ ਨਹੀਂ, ਉਹਦੀ ਮੌਤ। ਤਾਂ ਹੀ ਸਲੀਬ ਤੇ ਚੜ੍ਹਨ ਤੋਂ ਪਹਿਲਾਂ ਅਖੀਰਲਾ ਪਾਸ ਓਵਰ ਪਸਾਹ ਦਾ ਦਿਨ ਜੀਸਸ ਨੇ ਆਪਣੀਆਂ ਸੇਵਕਾਂ ਦੇ ਨਾਲ ਮਨਾਇਆ। ਸਲੀਬ ਚੜ੍ਹਨ ਤੋਂ ਪਹਿਲਾਂ ਤਾਂ ਉਸਨੇ ਰੋਟੀ ਲਈ। ਉਸਨੇ ਕਿਹਾ ਇਹ ਰੋਟੀ ਨਿਸ਼ਾਨੀ ਆ ਮੇਰੇ ਸਰੀਰ ਦੀ। ਉਹਨ ਬੁਰਕੀ ਆਪਣੀਆਂ ਸੇਵਕਾਂ ਨੂੰ ਰੋਟੀ ਦਿੱਤੀ ਕਿ ਜਦੋਂ ਖਾਓ ਤਾਂ ਮੰਨੋ ਕਿ ਇਹ ਮੇਰਾ ਸਰੀਰ ਜਿਹੜਾ ਤੁਹਾਡੇ ਖਾਤਰ ਉਸ ਸਲੀਬ ਤੇ ਤੋੜਿਆ ਜਾਊਗਾ। ਫਿਰ ਉਸਨੇ ਵਾਈਨ ਲਈ और उसने एक एक घुट अपने सेवकों को दिता कि निशानी जड़ा मेरा लहू थोड़े पापों के लिए गिरूगा, क्योंकि वह लहू आ जिन साडे पाप मिटाए, क्योंकि पापों की सजा की आ मौत। ते बाइबल जानवरों बारे की कहती सी कि जानवरों की जिंदगी उन्होंने लहू विच है। सो ये निशानी सी। जीसस कहता मेरी मौत नूं मनाना कि जो तुसी रोटी दा वाइन खाओ पियो, याद रखो कि थोड़े खातर थानू बचाने लई मैनू लहू देना पिया, थानू बचाने लई मेरा शरीर उस सलीब ते तोड़िया गया, छंटिया ना कुटिया गया, विन्निया गया, बाछी मारी गई। या ये जाने कि उहदी याद कि रब नूं किहड़ी कीमत देनी पई थानू बचाने लई। तां थानू हुण चाहीदा कि जिस तरह रब ने अपने पुੱਤ दी कुर्बानी दित्ती, तुसीं हुण अपनी कुर्बानी रब नूं दिओ, ओहदे लई जीवो ਅਤੇ ਪਵਿੱਤਰ ਜ਼ਿੰਦਗੀ ਬਤੀਤ ਕਰੋ। ਇਹ ਯਾਦ ਸੀ ਕੀ ਕਿਹਾ? ਜਨਮ ਦਿਨ ਨਹੀਂ ਮਨਾਣੀ, ਉਹਦੀ ਮੌਤ ਯਾਦ ਰੱਖਣਾ। ਸੰਤ ਜੀ ਸਾਨੂੰ ਸਮਝਾਉਂਦੇ ਆ 16ਵੀਂ ਉਹ ਬਰਕਤ ਦਾ ਪਿਆਲਾ
ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ, ਕਿ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ। ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ, ਕਿ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ। ਰੋਟੀ ਇੱਕ ਆ, ਇਸ ਲਈ ਅਸੀਂ ਜੋ ਬਾਲੇ ਆ ਸੋ ਰਲ ਕੇ ਇੱਕ ਸਰੀਰ ਹਾਂ, ਕਿਉਂ ਜੋ ਅਸੀਂ ਸਭੇ ਇੱਕੋ ਰੋਟੀ ਵਿੱਚ ਸਾਂਝੀ ਹਾਂ। ਸੰਤ ਜੀ ਕੀ ਕਹਿੰਦੇ, ਇੱਕ ਰੋਟੀ ਤੋਂ, ਇੱਕ ਬ੍ਰੈਡ ਤੋਂ ਟੁਕੜਾ ਟੁਕੜਾ ਦਿੱਤਾ ਜਾਂਦਾ, ਪਰ ਬ੍ਰੈਡ ਇੱਕ ਆ। ਉਸੇ ਤਰ੍ਹਾਂ ਜਿਹੜਾ ਪਰਮੇਸ਼ਵਰ ਦਾ ਚਰਚ ਹੈ, ਉਹ ਜੀਸਸ ਦਾ ਸਰੀਰ ਹੈ। ਤਾਂ ਸਰੀਰ ਇੱਕ ਆ, ਅੰਗ ਕਈ ਆ, ਪਰ ਜਿਹੜਾ ਸਰੀਰ ਆ ਉਹ ਇੱਕ ਹੈ। ਸੋ ਸੰਤ ਜੀ ਕੀ ਕਹਿੰਦੇ ਆ, ਤੁਸੀਂ ਉਹਨਾਂ ਵੱਲ ਧਿਆਨ ਕਰੋ। 18ਵੀਂ, ਜਿਹੜੇ ਸਰੀਰ ਦੇ ਸੰਬੰਧ ਕਰਕੇ ਇਜ਼ਰਾਈਲੀ ਹਨ, ਜੋ ਬਲੀਦਾਨ ਖਾਣ ਵਾਲੇ ਹਨ। ਜਿਹੜੇ ਬਲੀਦਾਨਾ ਖਾਣ ਵਾਲੇ ਹਨ, ਉਹ ਜਗਵੇਦੀ ਦੇ ਸਾਂਝੇ ਨਹੀਂ। ਕਈ ਯਹੂਦੀਆਂ ਵਿੱਚ ਜਦੋਂ ਕੁਰਬਾਨੀ ਦਿੰਦੇ ਆ, ਕਿ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਆ, ਜਗਵੇਦੀ ਦੇ ਸਾਂਝ ਜਿਹੜਾ ਮਾਸ ਆ, ਉਹਦੇ ਹਿੱਸੇਦਾਰ ਵੀ ਉਹ ਹੈ, ਉਹ ਸਾਂਝੀ ਉਹਨਾਂ ਦੇ। ਸੋ ਮੈਂ ਕੀ ਆਖਦਾ ਆ, ਭਈ ਮੂਰਤੀ ਦੀ ਭੇਟ ਕੁਛ ਹੈ ਤਾਂ ਮੂਰਤੀ ਕੁਛ ਹੈ। ਸਗੋਂ ਇਹ ਆਖਦਾ ਭਈ ਜਿਹੜੀਆਂ ਚੀਜ਼ਾਂ ਪਰਾਈਆਂ ਕੌਮਾਂ ਚੜਾਉਂਦੀਆਂ, ਸੋ ਭੂਤਾਂ ਲਈ ਚੜਾਉਂਦੀਆਂ ਹਨ, ਪਰਮੇਸ਼ਵਰ ਲਈ ਨਹੀਂ। ਮੈਂ ਨਹੀਂ ਚਾਹੁੰਦਾ ਤੁਸੀਂ ਭੂਤਾਂ ਦੇ ਸਾਂਝੀ ਬਣੋ। ਸੰਤ ਕਹਿੰਦੇ, ਜਿਸਦਾ ਪਿੱਛੇ ਸਮਝਾ ਚੁੱਕਿਆ ਕਿ ਮੂਰਤੀ ਕੁਛ ਵੀ ਨਹੀਂ ਆ। ਉਹ ਕਹਿੰਦੇ ਕਿ ਮਿੱਟੀ ਆ, ਪੱਥਰ ਆ ਜਾਂ ਲੱਕੜੀ ਆ, ਉਹ ਕੁਛ ਨਹੀਂ। ਜਿਹੜਾ ਮਾਸ ਚੜਾਇਆ ਜਾਂਦਾ ਉਹ ਵੀ ਕੁਛ ਨਹੀਂ, ਕਿ ਅਸੀਂ ਸਮਝ ਚੁੱਕੇ ਕਿ ਮਾਸ ਉੱਤੇ, ਖਾਣਿਆਂ ਉੱਤੇ ਰੱਬ ਦੀ ਮੋਹਰ ਆ, ਕਿ ਜਿਹੜਾ ਮੇਢਵਾਈ ਰੱਬ ਆ। ਚਾਹੇ ਤੁਸੀਂ ਦੇਵੀ ਨੂੰ ਚੜਾਓ, ਕਿਹਨੂੰ ਵੀ ਚੜਾਓ, ਪਰ ਉਹ ਖਾਣੇ ਦਾ ਬਣਾਉਣ ਵਾਲਾ ਤੁਹਾਡਾ ਰੱਬ ਆ, ਕਿ ਅਸੀਂ ਜਾਣਦੇ। ਪਰ ਸੰਤ ਕਹਿੰਦਾ, ਹੁਣ ਮੈਂ ਚਾਹਨਾ ਤੁਸੀਂ ਹੋਰ ਕਹਾਂ ਸਮਝੋ। ਉਹ ਇਹ ਹੈ ਕਿ ਪਰਾਈਆਂ ਕੌਮਾਂ ਜਿਹੜੀਆਂ ਚੀਜ਼ਾਂ ਨੂੰ ਮੰਨਦੀਆਂ, ਉਹ ਰੱਬ ਨੂੰ ਨਹੀਂ ਮੰਨਦੀਆਂ, ਉਹ ਸ਼ੈਤਾਨਾਂ ਨੂੰ ਮੰਨਦੀਆਂ। ਕਿਉਂ? ਜਿਹੜੇ ਦੇਵੀ ਦੇਵਤੇ ਦੋਏ ਉਹ ਸ਼ੈਤਾਨ ਆ। ਕਿਉਂਕਿ ਸ਼ੈਤਾਨ ਸ਼ੁਰੂ ਤੋਂ ਰੱਬ ਬਣਨਾ ਚਾਹੁੰਦਾ ਸੀ, ਪਰ ਉਹ ਰੱਬ ਬਣ ਨਹੀਂ ਸਕਿਆ। ਪਰ ਦੁਨੀਆ ਦੇ ਵਿੱਚ ਹੁਣ ਦੁਨੀਆ ਨੂੰ ਧਰਮ ਦੇ ਕੇ ਆਪਣੇ ਆਪ ਨੂੰ ਰੱਬ ਬਣਾਈ ਫਿਰਦਾ। ਸੋ ਕਹਿੰਦੇ ਨਾ, ਸਾਰੀਆਂ ਮੂਰਤੀਆਂ ਪਿੱਛੇ ਇੱਕ ਆਤਮਾ ਲੁਕੀ ਹੋਈ, ਸ਼ੈਤਾਨ। ਮੂਰਤੀ ਕੁਛ ਵੀ ਨਹੀਂ ਆ, ਉਹ ਪੱਥਰ ਆ ਜਾਂ ਲੱਕੜੀ ਆ ਜਾਂ ਕੁਛ ਵੀ ਲੈ ਲਓ, ਪਰ ਉਹਦੇ ਪਿੱਛੇ ਜਿਹੜੀ ਚੀਜ਼ ਕੰਮ ਕਰਦੀ ਉਹ ਸ਼ੈਤਾਨ ਆ, ਭੂਤ ਜਾਂ ਸ਼ੈਤਾਨ ਹੈ। ਕਹਿੰਦਾ, ਮੈਂ ਨਹੀਂ ਚਾਹੁੰਦਾ ਤੁਸੀਂ ਸ਼ੈਤਾਨਾਂ ਦੇ ਹਿੱਸੇਦਾਰ ਬਣੋ, ਕਿ ਸਾਨੂੰ ਪਤਾ ਮੈਂ ਖਾ ਸਕਦਾ ਰੱਬ ਦਾ ਮੇਡ ਬਾਏ, ਪਰ ਸਾਨੂੰ ਪਤਾ ਪਰ ਉਹਦੇ ਪਿੱਛੇ ਜਿਹੜੀ ਆਤਮਾ ਆ ਉਹ ਸ਼ੈਤਾਨੀ। ਇਸ ਕਰਕੇ ਪਰਾਈਆਂ ਕੌਮਾਂ ਜਦੋਂ ਚੜਾਵਾ ਦਿੰਦੀਆਂ, ਕਿਹਨੂੰ ਦਿੰਦੀਆਂ? ਸ਼ੈਤਾਨਾਂ ਨੂੰ। ਸੰਤ ਜੀ ਕਹਾ ਕਹਿੰਦੇ, 21ਵੀਂ, ਤੁਸੀਂ ਪ੍ਰਭੂ ਦਾ ਪਿਆਲਾ ਨਾਲੇ ਭੂਤਾਂ ਦਾ ਪਿਆਲਾ ਜਾਂ ਸ਼ੈਤਾਨ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੀ ਮੇਜ਼ ਸ਼ੈਤਾਨ ਦੀ ਮੇਜ਼ ਦੇ ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ। ਅਥਵਾ ਕੀ ਤੁਸੀਂ ਪ੍ਰਭੂ ਨੂੰ ਅਣਖ ਦਵਾਉਂਦੇ ਹੋ? ਕੀ ਅਸੀਂ ਪ੍ਰਭੂ ਤੋਂ ਅਧਿਕ ਤਾਕਤਵਰ ਆ? ਕਾਹਦੀ ਅਣਖ? ਮੂਰਤੀ ਪੂਜਾ ਵਿੱਚ ਹਿੱਸਾ ਲੈਣਾ, ਕਿ ਅਸੀਂ ਆਪਣੇ ਆਪ ਨੂੰ ਖਤਰੇ 'ਚ ਨਾ ਪਾਈਏ, ਰੱਬ ਨੂੰ ਐਵੇਂ ਨਾ ਗੁੱਸੇ ਕਰੀਏ, ਉਹਦਾ ਗੁੱਸਾ ਖਾਲੀ ਨਹੀਂ ਜਾਂਦਾ। ਸੰਤ ਜੀ ਕਹਿੰਦੇ, ਸੰਤ ਕਹਿੰਦੇ ਧਿਆਨ ਦਿਓ ਤਾਂ ਕਿ ਤੁਸੀਂ ਗਾਹਾਂ ਦਾ ਫਿਕਰਾ ਸਮਝ ਸਕੋਗੇ। 23ਵੀਂ ਐਤ, ਸਾਰੀਆਂ ਚੀਜ਼ਾਂ ਉਚਿਤ ਹਨ ਪਰ ਸਭੇ ਲਾਭਦਾਇਕ ਨਹੀਂ। ਕਹਿੰਦਾ, ਮੈਂ ਸਾਰੀਆਂ ਚੀਜ਼ਾਂ ਖਾ ਪੀ ਸਕਦਾ, ਪਰ ਸਾਰੀਆਂ ਚੀਜ਼ਾਂ ਦਾ ਮੈਨੂੰ ਫਾਇਦਾ ਨਹੀਂ ਪਹੁੰਚਦਾ। ਕਈ ਚੀਜ਼ਾਂ ਚੰਗੀਆਂ, ਕਈ ਨਾ ਚੰਗੀਆਂ। ਚਾਹੇ ਮੈਂ ਸਭ ਕੁਝ ਕਰ ਸਕਦਾ, ਪਰ ਸਾਰੀਆਂ ਚੀਜ਼ਾਂ ਦਾ ਫਾਇਦਾ ਨਹੀਂ ਪਹੁੰਚਦਾ। ਕਿ ਮੈਨੂੰ ਪਤਾ ਕਿ ਮੂਰਤੀ ਦਾ ਚੜਾਵਾ ਕੁਛ ਵੀ ਨਹੀਂ ਹੈ, ਪਰ ਜੇ ਮੈਂ ਖਾਵਾਂ ਤਾਂ ਮੈਨੂੰ ਕੋਈ ਲਾਭ ਨਹੀਂ ਆ। ਹੋ ਸਕੇ ਜਿਹੜਾ ਮੂਰਤੀ ਪੂਜਕ ਨੂੰ ਮੈਂ ਭੁਲੇਖੇ 'ਚ ਪਾ ਰਿਹਾ ਕਿ ਮੈਂ ਸਹਿਮਤ ਹਾਂ ਉਹਦੇ ਧਰਮ ਦੇ ਨਾਲ, ਚਾਹੇ ਮੈਨੂੰ ਪਤਾ ਮਾਸ ਕੁਛ ਵੀ ਨਹੀਂ ਸਾਡੇ ਰੱਬ ਨੇ ਬਣਾਇਆ, ਕਿ ਚਾਹੇ ਮੈਂ ਸਾਰਾ ਕੁਝ ਕਰ ਸਕਦਾ, ਪਰ ਸਾਰੀਆਂ ਚੀਜ਼ਾਂ ਫਾਇਦੇਮੰਦ ਨਹੀਂ ਹੈ। ਸੰਤ ਜੀ ਕੀ ਕਹਿੰਦੇ? ਸਾਰੀਆਂ ਚੀਜ਼ਾਂ ਉਚਿਤ ਹਨ ਪਰ ਸਭੇ ਲਾਭਦਾਇਕ ਨਹੀਂ। ਸਾਰੀਆਂ ਚੀਜ਼ਾਂ ਉਚਿਤ ਹਨ ਪਰ ਸਭੇ ਗੁਣਕਾਰ ਨਹੀਂ। ਕਿ ਸਾਰੀਆਂ ਚੀਜ਼ਾਂ ਮੈਂ ਕਰ ਸਕਦਾ, ਪਰ ਸਾਰੀਆਂ ਚੀਜ਼ਾਂ ਇਹ ਨਹੀਂ ਕਿ ਮੈਨੂੰ ਲਾਭ ਦੇਣਗੀਆਂ ਜਾਂ ਮੈਨੂੰ ਕੋਈ ਗੁਣ ਦੇਣਗੀਆਂ। ਕੋਈ ਆਪਣੇ ਹੀ ਨਹੀਂ, ਸਗੋਂ ਦੋਏ ਦੇ ਭਲੇ ਲਈ ਯਤਨ ਕਰੋ। ਮੈਂ ਤੁਹਾਨੂੰ ਦੱਸਿਆ ਸੀ,
ਆਪਣੀ ਪਰਵਾਹ ਨਹੀਂ, ਮੈਂ ਸਭ ਕੁਝ ਕਰ ਸਕਦਾ। ਪਰ ਜਦੋਂ ਅਸੀਂ ਕ੍ਰਿਸਚੀਅਨ ਬਣਦੇ, ਜੀਸਸ ਨੂੰ ਬਣਦੇ ਆ, ਤਾਂ ਅਸੀਂ ਆਪਣੇ ਲਈ ਨਹੀਂ ਫਿਰ ਜੀਂਦੇ, ਸਾਨੂੰ ਹੋਰ ਦਾ ਖਿਆਲ ਰੱਖਣਾ ਪੈਂਦਾ, ਉਹ ਕੀ ਸੋਚੂਗਾ। ਆਪਣੇ ਆਪ ਦੀ ਪਰਵਾਹ ਨਹੀਂ, ਪਰ ਦੋਹਾਂ ਦੀ ਪਰਵਾਹ ਸਾਨੂੰ ਕਰਨੀ ਪੈਣੀ। ਚਾਹੇ ਮੈਨੂੰ ਪਤਾ ਮੈਂ ਮੀਟ ਖਾ ਸਕਦਾ, ਦੁਆ ਕਰ ਸਕਦਾ, ਕਿ ਮੈਨੂੰ ਦੋਏ ਬਾਰੇ ਸੋਚਣਾ ਪੈਣਾ, ਦੋਏ ਦੀ ਪਰਵਾਹ ਕਰਨੀ ਪੈਣੀ। ਅਸਲੀ ਕ੍ਰਿਸਚੀਅਨਿਟੀ ਆ ਆਪਣੇ ਆਪ ਬਾਰੇ ਨਹੀਂ ਸੋਚਣਾ। ਜੀਸਸ ਨੇ ਆਪਣੇ ਬਾਰੇ ਨਹੀਂ ਸੋਚਿਆ, ਉਸਨੇ ਲੋਕਾਂ ਬਾਰੇ, ਉਹਨਾਂ ਬਾਰੇ ਸੋਚਿਆ। ਇਹੀ ਗੁਣ ਉਹਦੇ ਚਰਚ ਦੇ ਵਿੱਚ ਹੋਣਾ ਚਾਹੀਦਾ ਕਿ ਅਸੀਂ ਆਪਣੇ ਲਈ ਨਹੀਂ ਬਲਕਿ ਉਹਨਾਂ ਦੇ ਲਈ ਧਿਆਨ ਦਈਏ ਕਿ ਉਹਨਾਂ ਨੂੰ ਸੱਟ ਨਾ ਪਹੁੰਚੇ, ਉਹਨਾਂ ਦੀ ਅੰਤਰ ਆਤਮਾ ਨੂੰ ਦੁੱਖ ਨਾ ਪਹੁੰਚੇ, ਜਾਂ ਉਹਨਾਂ ਦੇ ਦਿਲਾਂ ਨੂੰ ਕੋਈ ਦੁੱਖ ਤਕਲੀਫ ਨਾ ਪਹੁੰਚੇ। ਸੰਤ ਜੀ ਕੀ ਕਹਿੰਦੇ, 26ਵੀਂ ਐਤ, ਸਗੋਂ ਦੂਏ ਦੇ ਲਈ ਭਲੇ ਲਈ ਯਤਨ ਕਰੋ। ਕਿ ਕਿਸੇ ਦਾ ਭਲਾ ਕਿੱਦਾਂ ਹੁੰਦਾ? ਜੋ ਕੁਝ ਕਸਾਈਆਂ ਦੀ ਹੱਟੀ ਵਿਕਦਾ ਹੈ ਸੋ ਖਾ ਲਓ। ਅੰਤਕਰਹਿ ਦੇ ਕਾਰਨ ਜਾਂ ਅੰਤਰਾਤਮਾ ਦੇ ਕਾਰਨ ਕੋਈ ਗੱਲ ਨਾ ਪੁੱਛੋ, ਕਿਉਂ ਜੋ ਧਰਤੀ ਉਸ ਦੇ ਵਿੱਚ ਭਰਿਆ ਹੋਇਆ ਹੈ ਪ੍ਰਭੂ ਦਾ ਆ। ਕਸਾਈ ਦੀ ਦੁਕਾਨ 'ਚ ਜਾਂਦੇ ਆ, ਜੇ ਕਹਿੰਦੇ ਹਲਾਲ ਮੀਟ, ਕਸਾਈਆਂ ਦੀ ਦੁਕਾਨ 'ਚ ਜਾਂਦੇ, ਸਵਾਲ ਨਾ ਪੁੱਛੋ ਜੀ ਇਹ ਮੀਟ ਕਿੱਥੋਂ ਆਇਆ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਕਈ ਮਾਸ ਜਿਹੜਾ ਮੰਦਿਰਾਂ 'ਚ ਭੇਟ ਕੀਤਾ ਜਾਂਦਾ ਸੀ, ਉਹ ਵੇਚਿਆ ਜਾਂਦਾ ਸੀ, ਕਿਉਂਕਿ ਸਾਰੇ ਦਾ ਸਾਰਾ ਚੜਾਵਾ ਨੂੰ ਸੁੱਤੇ ਜਿਹੜਾ ਬਚ ਜਾਂਦਾ ਸੀ ਉਹ ਹੱਟੀਆਂ ਵਿੱਚ, ਦੁਕਾਨਾਂ ਵਿੱਚ ਵੇਚਿਆ ਜਾਂਦਾ। ਤਾਂ ਉਹ ਕਹਿੰਦੇ ਦੁਕਾਨਾਂ ਜਾਓ, ਇਹ ਨਾ ਪੁੱਛੋ ਕਿ ਮਾਸ ਕਿੱਥੋਂ ਆਇਆ। ਇਹ ਜਾਣੋ ਧਰਤੀ ਭਰਪੂਰੀ ਰੱਬ ਦੀ ਆ। ਇਹ ਜਾਣੋ ਕਿ ਸਾਰੀਆਂ ਚੀਜ਼ਾਂ ਸਾਡੇ ਰੱਬ ਨੇ ਬਣਾਈਆਂ। ਉਹਦਾ ਮਾਸ ਟੰਗਿਆ ਆ ਹੱਟੀ ਦੇ ਵਿੱਚ, ਉਹ ਵੀ ਉਸ ਰੱਬ ਨੇ। ਮੋਰ ਜਿਹੜੀ ਮੇਡ ਬਾਏ ਗॉड, ਪਰ ਗਾਹਾਂ ਫਿਰ ਪਰ ਆਉਂਦਾ ਕਾਹਦੇ ਲਈ? ਆਪਣਾ ਫਾਇਦਾ ਨਹੀਂ, ਉਹਨਾਂ ਦਾ ਫਾਇਦਾ। ਸੰਤ ਜੀ ਕੀ ਕਹਿੰਦੇ ਆ, ਕਿਉਂ ਜੋ ਧਰਤੀ ਉਸ ਵਿੱਚ ਭਰਿਆ ਹੋਇਆ ਹੈ ਪ੍ਰਭੂ ਦਾ। ਅਸੀਂ ਜਾਣਦੇ, ਸਾਨੂੰ ਸਮਝ ਹੈ ਸਾਰੀਆਂ ਚੀਜ਼ਾਂ ਸਾਡੇ ਰੱਬ ਨੇ ਬਣਾਈਆਂ। ਜੇ ਬੇਵਿਸ਼ਵਾਸੀ ਵਿੱਚ ਕੋਈ ਤੁਹਾਨੂੰ ਭੋਜਨ ਲਈ ਸੱਦਾ ਦੇਵੇ, ਤੁਹਾਡਾ ਮਨ ਜਾਣ ਨੂੰ ਕਰੇ, ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਖਾ ਲਵੋ। ਅੰਤਰਾਤਮਾ ਕਾਰਨ ਕੋਈ ਗੱਲ ਨਾ ਪੁੱਛੋ। ਜੇ ਕੋਈ ਤੁਹਾਨੂੰ ਆਖੇ ਇਹ ਭੇਟ ਕਰਕੇ ਚੜਾਈ ਗਈ ਹੈ, ਤਾਂ ਉਸ ਦੱਸਣ ਵਾਲੇ ਕਾਰਨ ਅੰਤਰਾਤਮਾ ਕਾਰਨ ਨਾ ਖਾਓ। ਅੰਤਰਾਤਮਾ ਜੋ ਮੈਂ ਕਹਿੰਦਾ ਹਾਂ ਸੋ ਤੇਰਾ ਨਹੀਂ, ਸਗੋਂ ਦੂਜੇ ਦਾ। ਇਸ ਲਈ ਜੋ ਮੇਰੀ ਆਜ਼ਾਦੀ ਦੂਜੇ ਦੇ ਅੰਤਕਰਹਿ ਤੋਂ ਕਿਉਂ ਜਾਚੀ ਜਾਂਦੀ। ਸੰਤ ਜੀ ਕਹਿੰਦੇ ਸਵਾਲ ਨਾ ਪੁੱਛੋ, ਕਿਉਂਕਿ ਨਹੀਂ ਤਾਂ ਸਾਨੂੰ ਦੁਇਆਂ ਦਾ ਸੋਚਣਾ ਪੈਣਾ। ਚਾਹੇ ਮੈਂ ਤਾਂ ਖਾ ਸਕਦਾ, ਪਰ ਦੁਇਆਂ ਦਾ ਧਿਆਨ ਦੇਣਾ ਚਾਹੀਦਾ ਕਿ ਮੈਂ ਕਿਹਾ ਪ੍ਰਭਾਵ ਪਾ ਰਿਹਾ ਕ੍ਰਾਈਸਟ ਦਾ ਉਹਨਾਂ ਲੋਕਾਂ ਨੂੰ। ਸੰਤ ਜੀ ਕਹਿੰਦਾ ਮੇਰੀ ਆਜ਼ਾਦੀ ਕਿਉਂ ਜਾਣੀ ਜਾਂਦੀ ਹੈ ਉਹਨਾਂ ਦੇ ਅੰਤਕਰਹਿ ਕੇ। ਮੈਨੂੰ ਕੀ ਲੋੜ ਪਈ ਉਹਨਾਂ ਦਾ ਫਿਕਰ ਕਰਨ ਨੂੰ, ਕੀ ਸੋਚਦੇ ਜਦ ਮੈਂ ਆਜ਼ਾਦ ਆ ਸਾਰਾ ਕੁਛ ਕਰਨ ਨੂੰ। ਪਰ ਸੰਤ ਕਹਿੰਦਾ ਨਹੀਂ, ਮੈਨੂੰ ਕੋਈ ਘਰ ਸਾਦਾ, ਮੈਨੂੰ ਰੋਟੀ ਲਈ ਸੱਦਿਆ, ਕਹਿੰਦਾ ਸਵਾਲ ਨਾ ਪੁੱਛੋ ਮੀਟ ਕਿੱਥੋਂ ਲਿਆਂਦਾ, ਜੋ ਤੁਹਾਡੇ ਮੋਹਰੇ ਰੱਖਿਆ ਖਾ ਲਓ। ਕਾਹਦੇ ਲਈ? ਕਿ ਮੈਂ ਜਦੋਂ ਤੁਸੀਂ ਖਾਣਾ, ਤੁਸੀਂ ਜੀਸਸ ਦਾ ਧੰਨਵਾਦ ਕਰਕੇ ਖਾਣਾ। ਇਹ ਨਾ ਪੁੱਛੋ ਮੰਦਿਰ ਤੋਂ ਆਇਆ, ਇਹ ਨਾ ਪੁੱਛੋ ਕਿ ਇਹ ਚੜਾਵਾ ਸੀ, ਇਹ ਨਾ ਪਿੱਛੋਂ ਕੁਝ ਵੀ, ਜੋ ਵੀ ਮੋਹਰੇ ਰੱਖਿਆ ਆਪਣੇ ਰੱਬ ਦਾ ਸ਼ੁਕਰ ਕਰਕੇ ਖਾ ਲਓ। ਕਿਉਂਕਿ ਮੈਂ ਦੱਸ ਚੁੱਕਾ ਧਰਤੀ ਤੇ ਉਹਦੀ ਭਰਪੂਰੀ ਰੱਬ ਦੀ ਹੈ। ਇਹ ਸਾਰੀਆਂ ਚੀਜ਼ਾਂ ਰੱਬ ਨੇ ਬਣਾਈਆਂ, ਪਰ ਗਾਹਾਂ ਪਰ ਆ ਰਿਹਾ। ਓਕੇ, ਉਹ ਕਹਿੰਦਾ ਮੇਰੇ ਕੀ ਸੋ ਜੇ ਮੈਂ ਧੰਨਵਾਦ ਕਰਕੇ ਭੋਜਨ ਪਾਉਂਦਾ ਹਾਂ, ਤਾਂ ਜਿਹਦੇ ਲਈ ਮੈਂ ਧੰਨਵਾਦ ਕਰਦਾ ਉਹਦੇ ਕਾਰਨ ਮੇਰੀ ਨਿੰਦਿਆ ਕੀ ਹੁੰਦੀ। ਜਿਵੇਂ ਕੁਝ ਖਾ ਲਿਆ ਰੱਬ ਦਾ ਧੰਨਵਾਦ ਕਰਨ ਲਈ ਕਰਕੇ, ਤਾਂ ਮੇਰੀ ਬੇਇੱਜ਼ਤੀ ਕੀ ਹੁੰਦੀ ਹੈ। ਸੋ ਭਾਵੇਂ ਤੁਸੀਂ ਖਾਵੋ ਪੀਵੋ, ਭਾਵੇਂ ਕੁਛ ਹੀ ਕਰੋ, ਸਭੋ ਪਰਮੇਸ਼ਵਰ ਦੀ ਵਡਿਆਈ ਲਈ ਕਰੋ। ਗਾਹਾਂ ਸੰਤ ਜੀ ਕਹਿੰਦੇ ਆ, ਇਹ ਫਿਕਰੇ ਦਾ ਮਤਲਬ ਇਹ ਕਿ ਮੈਂ ਕਿਸੇ ਦੇ ਘਰ ਖਾਣ ਲਈ ਗਿਆ, ਮਾਸ ਰੱਖਿਆ, ਤਾਂ ਬੰਦਾ ਕਹਿੰਦਾ ਲਓ ਜੀ ਇਹ ਮਾਸ ਹੈ ਨਾ, ਚੜਾਵੇ ਦਾ ਮਾਸ ਸੀਗਾ, ਕੰਮ ਖਰਾਬ ਕਰਤਾ, ਹੁਣ ਗੱਲ ਕਹਿਤੀ, ਹੁਣ ਤੁਸੀਂ ਖਾਣਾ ਨਹੀਂ। ਖਾ ਸਕਦੇ ਆ, ਸੰਤ ਕਹਿੰਦਾ ਹੁਣਾਂ ਬਾਰੇ ਜੇ ਤੁਸੀਂ ਖਾਓਗੇ, ਉਹਨੂੰ ਸੋਚਣਾ ਤੁਸੀਂ ਸਹਿਮਤ ਆ ਉਹਦੇ ਧਰਮ ਨਾਲ ਕਿ ਤੁਸੀਂ ਉਹਦਾ ਪ੍ਰਸ਼ਾਦ ਖਾ ਲਿਆ, ਕਿ ਤੁਸੀਂ ਸਹਿਮਤ ਆ ਉਹਦੇ ਦੇਵਤੇ ਨਾਲ। ਸੋ ਉਹਦੇ ਖਾਤਰ, ਉਹਦੇ ਅੰਤਕਰਹਿ ਦੇ ਖਾਤਰ ਤੁਸੀਂ ਕਹੋਗੇ ਨਹੀਂ, ਚਾਹੇ ਤੁਹਾਨੂੰ ਪਤਾ ਤੁਸੀਂ ਖਾ ਸਕਦੇ। ਤਾਂ ਹੀ ਦਸਤਾਨ ਕਹਿੰਦਾ ਜਦ ਮੈਂ ਆਜ਼ਾਦ ਹੈ ਤਾਂ ਕਿਉਂ ਮੈਨੂੰ ਉਹਨਾਂ ਦਾ ਫਿਕਰ ਕਰਨਾ ਪੈਣਾ, ਕਿਉਂ ਮੇਰਾ ਨਿਰਾਦਰ ਹੁੰਦਾ ਜਿਵੇਂ ਤਾਂ ਦੇ ਕੰਮ ਕਰਾਂ। ਪਰ ਕਹਿੰਦਾ ਲੋਕਾਂ ਦਾ ਭਲਾ,
ਕਿ ਲੋਕ ਇਹ ਨਾ ਸੋਚਣ ਜੀਸਸ ਦਾ ਦੇਵਤਾ ਇੱਕੋ ਹੀ ਹੈ, ਕਿਉਂਕਿ ਉਹਨੇ ਮੈਨੂੰ ਕਹਿਤਾ, ਅਗਰ ਨਾ ਕਹਿੰਦਾ ਜਿਹੜੀ ਗੱਲ, ਪਰ ਉਹਨੇ ਕਹਿਤਾ, ਅਤੇ ਕਿਉਂਕਿ ਕਹਿਤਾ ਮੈਂ ਕਹੂੰਗਾ ਨਹੀਂ ਯਾਰ ਮੈਂ ਨਹੀਂ, ਤਾਂ ਕਿ ਉਹ ਜਾਣੇ ਕਿ ਜੀਸਸ ਜੁਦਾ ਹੈ ਉਹਦੇ ਚੜਾਵੇ ਨਾਲ। ਪਰ ਜੇ ਉਹ ਨਾ ਕਹਿੰਦਾ ਫਿਰ ਪੁੱਛਾ ਦੀ ਚੜਾਵਾ ਚੁੜਾਵਾ ਕੁਛ ਵੀ ਆ ਉਹਦਾ ਧੰਨਵਾਦ ਕਰਕੇ ਖਾ ਲਾ, ਪਰ ਜੇ ਕਹਿ ਦਵੇ ਉਹਦੇ ਖਾਤਰ ਤੁਸੀਂ ਕਹਿਣਾ ਨਹੀਂ। ਕਾਹਦੇ ਲਈ? ਤਾਂ ਸੋਚੂੰਗਾ ਕਿ ਮੇਰਾ ਧਰਮ ਤਾਂ ਜੀਸਸ ਇੱਕੋ ਜਿਹਾ ਹੋਣਾ, ਕਿਉਂਕਿ ਸਾਡਾ ਚੜਾਵਾ ਖਾ ਲਿਆ, ਕਿ ਸਹਿਮਤ ਆ ਸਾਡੇ ਬਾਬੇ ਨਾਲ ਜਾਂ ਧਰਮ ਨਾਲ। ਪਰ ਨਾ ਖਾਣ ਨਾਲ ਅਸੀਂ ਦੱਸਦੇ ਨਾ ਭਰਾਵਾ, ਕਿਉਂਕਿ ਜੋ ਮੈਂ ਮੰਨਦਾ ਅਲੱਗਾ ਆ ਜੋ ਤੁਸੀਂ ਮੰਨਦੇ, ਮੈਂ ਸਹਿਮਤ ਨਹੀਂ ਆ ਜੋ ਤੁਸੀਂ ਮੰਨਦੇ। ਪਰ ਜੇ ਤੁਹਾਨੂੰ ਨਹੀਂ ਦੱਸਦਾ ਖਾ ਲਓ, ਪਰ ਜੇ ਦੱਸੇ ਉਹਦੇ ਖਾਤਰ ਨਾ ਖਾਓ। ਕਿਉਂਕਿ ਸੰਤ ਜੀ 31ਵੀਂ ਆਇਤ ਕੀ 30ਵੀਂ ਆਇਤ ਦੇਖੋ ਕੀ ਕਹਿੰਦਾ, ਮੈਂ ਧੰਨਵਾਦ ਕਰਕੇ ਭੋਜਨ ਪਾਉਂਦਾ ਹਾਂ, ਤਾਂ ਜਿਹਦੇ ਲਈ ਮੈਂ ਧੰਨਵਾਦ ਕਰਦਾ ਉਹਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ? ਕਿ ਜਦ ਮੈਂ ਭੋਜਨ ਖਾ ਲਿਆ ਆਪਣੇ ਰੱਬ ਦਾ ਧੰਨਵਾਦ ਵੀ ਮੈਂ ਕਰ ਲਵੇ, ਮੇਰੀ ਬੇਇੱਜ਼ਤੀ ਨਿੰਦਿਆ ਕਾਹਨ ਹੁੰਦੀ ਹੈ? ਕਿ ਚਾਹੇ ਮੈਂ ਕਰ ਸਕਦਾ ਨਿੰਦਿਆ ਤਾਂ ਕਿ ਮੈਨੂੰ ਉਹਨਾਂ ਬਾਰੇ ਸੋਚਣਾ ਪੈਣਾ। ਜਦੋਂ ਨਹੀਂ ਕਹਿੰਦੇ ਕ੍ਰਿਸਚਨ ਬਣ ਕੇ ਹੋਰ ਦੇਵਤਿਆਂ ਦਾ ਪ੍ਰਸ਼ਾਦ ਖਾਂਦਾ ਹੈ, ਸੋ ਜਾਣੀ ਕਿ ਚਾਹੇ ਜਾਣੀ ਕਿ ਮੈਂ ਕਰ ਸਕਦਾ ਪਰ ਮੇਰੀ ਨਿੰਦਿਆਂ ਦੀ, ਚਾਹੇ ਮੈਂ ਆਪਣੇ ਰੱਬ ਦਾ ਧੰਨਵਾਦ ਕਰਕੇ ਖਾ ਲਿਆ, ਕਿ ਸਾਨੂੰ ਉਹਨਾਂ ਦਾ ਸੋਚਣਾ ਪੈਣਾ ਹੈ। ਸੋ ਸੰਤ ਜੀ ਕੀ ਕਹਿੰਦੇ ਗਾਹਾਂ 31ਵੀਂ, ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਵੀ ਕਰਦੇ ਹੋ, ਸਭ ਪਰਮੇਸ਼ਵਰ ਦੀ ਵਡਿਆਈ ਲਈ ਕਰੋ। ਕਿ ਜੋ ਵੀ ਚੀਜ਼ ਤੁਸੀਂ ਖਾਂਦੇ ਪੀਂਦੇ ਜੋ ਕਰੋ, ਤੁਸੀਂ ਇੱਕ ਚੀਜ਼ 'ਚ ਰੱਬ ਦੀ ਵਡਿਆਈ ਹੈਗੀ, ਇਸ ਚੀਜ਼ 'ਚ ਰੱਬ ਦੀ ਮਹਿਮਾ ਹੁੰਦੀ ਹੈ, ਇਹ ਖਾਣ ਨਾਲ ਰੱਬ ਦੀ ਵਡਿਆਈ ਹੁੰਦੀ ਹੈ। ਹੁਣ ਜੇ ਕੋਈ ਮੈਨੂੰ ਕਹਿ ਦੇਵੇ ਪ੍ਰਸ਼ਾਦ ਆ ਮੈਂ ਖਾ ਲਵਾਂ, ਮੈਨੂੰ ਪਤਾ ਮੈਂ ਖਾ ਸਕਦਾ ਕਿ ਇਹ ਮੇਰੇ ਰੱਬ ਨੇ ਬਣਾਇਆ ਧਰਤੀ ਭਰਪੂਰ ਹੀ ਉਹਦੀ, ਪਰ ਕਿਉਂਕਿ ਉਹਨੇ ਮੈਨੂੰ ਕਹਿਤਾ ਅਗਰ ਮੈਂ ਖਾ ਲਿਆ ਤੇ ਇਹਨਾਂ ਮੈਂ ਰੱਬ ਦੀ ਮਹਿਮਾ ਨੂੰ ਫਿਰ ਸੋਚਣਾ ਕਿ ਜੀਸਸ ਦਾ ਉਹਨਾਂ ਦਾ ਬਾਬਾ ਇੱਕੋ ਹੀ, ਕਿਉਂਕਿ ਮੈਂ ਹਿੱਸਾ ਲੈ ਲਿਆ। ਸੋ ਉਹਦੇ ਖਾਤਰ ਚਾਹੇ ਮੈਂ ਕਰ ਸਕਦਾ, ਚਾਹੇ ਮੈਂ ਆਜ਼ਾਦ ਹੈ, ਤਾਂ ਹੀ ਕਹਿੰਦਾ ਮੈਂ ਆਜ਼ਾਦ ਹਾਂ। ਮੈਂ ਧੰਨਵਾਦ ਫਿਰ ਮੇਰੀ ਨਕੇਤੀ ਹੁੰਦੀ ਹੈ ਕਿ ਮੈਂ ਤਾਂ ਧੰਨਵਾਦ ਨਾ ਕਰ ਮੇਰੀ ਫੇਰ ਬੇਇੱਜ਼ਤੀ ਕਰ ਲਈ, ਕਿਉਂਕਿ ਉਹਨਾਂ ਬਾਰੇ ਸਾਨੂੰ ਸੋਚਣਾ ਪੈਣਾ। ਤਾਂ ਉਹਦੇ ਖਾਤਰ ਅਸੀਂ ਕਹਿੰਦਾ ਜੋ ਮਰਜ਼ੀ ਤੁਸੀਂ ਖਾਓ ਪੀਓ, ਇਹ ਦੇਖੋ ਚ ਰੱਬ ਦੀ ਵਡਿਆਈ ਹੁੰਦੀ ਹੈ, ਤੁਹਾਡੇ ਰੱਬ ਦੀ ਮਹਿਮਾ ਹੁੰਦੀ ਹੈ, ਤੁਹਾਡੇ ਰੱਬ ਦਾ ਨਾਮ ਉਜਾਗਰ ਹੁੰਦਾ। ਜੇ ਨਹੀਂ ਤਾਂ ਨਾ ਖਾਓ। ਸੋ ਸੰਤ ਜੀ ਕੀ ਕਹਿੰਦੇ ਫਿਰ ਤੁਸੀਂ ਪੜ੍ਹਦੇ ਆ, ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਵੀ ਕਰਦੇ ਹੋ, ਸਭ ਪਰਮੇਸ਼ਵਰ ਦੀ ਵਡਿਆਈ ਲਈ ਕਰੋ। ਤੁਸੀਂ ਨਾ ਯਹੂਦੀ ਨਾ ਯੂਨਾਨੀ ਨਾ ਪਰਮੇਸ਼ਵਰ ਦੀ ਕਸੀਲਿਆ ਦੇ ਲਈ ਠੋਕਰ ਦੇ ਕਾਰਨ ਬਣੋ। ਕੋਈ ਐਸਾ ਕੰਮ ਨਾ ਕਰੇ ਜਿਹਦੇ ਨਾਲ ਯਹੂਦੀਆਂ ਨੂੰ ਜਾਂ ਯੂਨਾਨੀ ਮਤਲਬ ਗਰੀਸ ਲੋਕ, ਉਹਦਾ ਮਤਲਬ ਕਿਸੇ ਨੂੰ ਸੱਟ ਨਾ ਪਹੁੰਚੇ, ਨਾ ਰੱਬ ਦੇ ਚਰਚ ਨੂੰ ਅਤੇ ਨਾ ਹੋਰ ਲੋਕਾਂ ਨੂੰ ਸੱਟ ਨਾ ਪਹੁੰਚੇ, ਕਿਉਂਕਿ ਰੱਬ ਨੇ ਸਾਨੂੰ ਸੱਟ ਲਾਉਣ ਲਈ ਨਹੀਂ ਭੇਜਿਆ, ਉਸਨੇ ਸਾਨੂੰ ਲੋਕਾਂ ਨੂੰ ਬਚਾਉਣ ਲਈ ਭੇਜਿਆ ਹੈ। ਜਿਵੇਂ ਮੈਂ ਸਭਨਾਂ ਗੱਲਾਂ ਵਿੱਚ ਸਭਨਾਂ ਨੂੰ ਪ੍ਰਸੰਨ ਰੱਖਦਾ ਹਾਂ, ਆਪਣੇ ਹੀ ਨਹੀਂ ਸਗੋਂ ਬਾਹਰਿਆਂ ਦੇ ਭਲੇ ਲਈ ਯਤਨ ਕਰਦਾ ਹਾਂ ਜੋ ਬਚਾਏ ਜਾਣ। ਸੰਤ ਕਹਿੰਦੇ ਮੈਂ ਆਪਣੇ ਆਪ ਨੂੰ ਖੁਸ਼ ਨਹੀਂ ਕਰਦਾ, ਮੈਂ ਹਰ ਕੋਸ਼ਿਸ਼ ਕਰਦਾ ਕਿ ਮੈਂ ਹਰੇਕ ਨੂੰ ਬਚਾ ਸਕਾਂ, ਮੈਂ ਹਰੇਕ ਨੂੰ ਜੀਸਸ ਦੇ ਰਾਹ ਤੇ ਲਿਆ ਸਕਾਂ। ਕਿਉਂ? ਜੋ ਬਚਾਏ ਜਾਣ। ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਜੀਸਸ ਦੀ ਰੀਸ ਕਰਦਾ। ਸੋ ਇਹਦਾ ਨਤੀਜਾ ਕੀ ਆ ਕਿ ਚਰਚ ਸਮਝਦਾ ਸੀ ਸਾਰਾ ਕੁਝ ਖਾ ਸਕਦੇ ਆ। ਉਹ ਕਾਹਦੇ ਲਈ? ਕਿਉਂਕਿ ਸਾਨੂੰ ਪਤਾ ਰੱਬ ਨੇ ਬਣਾਇਆ। ਕਿਹੜੇ ਰੱਬ ਨੇ? ਜੀਸਸ ਨੇ। ਸੋ ਮੋਰ ਜੀਸਸ ਦੀ ਆ, ਚਾਹੇ ਬਾਬੇ ਦੇ ਨਾਂ ਤੇ ਚੜਾ ਦੇਣਾ, ਕੁਝ ਵੀ ਕਰ ਪੜਨਾ ਮਾਤ ਆ, ਜਿਹਨੂੰ ਬਣਾਇਆ ਉਹ ਜੀਸਸ, ਉਹਦਾ ਮਾਰ ਕੋਈ ਲਾ ਨਹੀਂ ਸਕਦਾ। ਪਰ ਸਾਨੂੰ ਰੱਬ ਦਾ ਪ੍ਰਚਾਰ, ਉਹਦੀ ਮਹਿਮਾ ਕਰਨੀ ਪੈਂਦੀ ਕਿ ਜੇ ਕੋਈ ਤੁਹਾਨੂੰ ਕਹੇ ਪ੍ਰਸ਼ਾਦ ਖਾ ਲਾ ਲੈ ਲਾ, ਅਸੀਂ ਨਹੀਂ ਲੈਂਦੇ, ਤਾਂ ਕਿ ਇਹ ਨਾ ਸੋਚਣ ਕਿ ਅਸੀਂ ਸਹਿਮਤ ਹਾਂ ਜੋ ਮੰਨਦੇ। ਸੋ ਇਹਦਾ ਨਤੀਜਾ ਕੀ ਆ ਕਿ ਕੋਈ ਵੀ ਚੀਜ਼ ਕੁਰਬਾਨ ਭੇਟਾ ਕੀਤੀ, ਕੁਝ ਵੀ ਚਾਹੇ ਖਾ ਵੀ ਸਕਦੇ, ਨਾ ਖਾਓ, ਤਾਂ ਕਿ ਕਿਸੇ ਚੀਜ਼ ਦੇ ਵਿੱਚ ਵੀ ਤੁਸੀਂ ਕਿਸੇ ਨੂੰ ਠੋਕਰ ਨਾ ਪਹੁੰਚਾਓ, ਨਾ ਕਿਸੇ ਦਿਲੋਂ ਤੋੜੋ। ਖਾਣ ਨੂੰ ਕਹਿੰਦਾ ਮੈਂ ਆਜ਼ਾਦ ਹਾਂ, ਪਰ ਫੇਰ ਵੀ ਮੈਨੂੰ ਕੰਟਰੋਲ ਕਰਨਾ ਪੈਣਾ। ਕਿਵੇਂ?
ਯਹੂਦੀਆਂ ਨੂੰ ਕਿਸੇ ਨੂੰ ਸੱਟ ਨਾ ਲਾਵਾਂ, ਸਾਰਿਆਂ ਨੂੰ ਮੈਂ ਬਚਾ ਸਕਾਂ। ਆਮੀਨ ਆਮੀਨ। ਸ਼ੁਕਰੀਆ ਪਰਮੇਸ਼ਰ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਤੁਹਾਡੀ ਆਤਮਾ ਦੀ ਸ਼ਕਤੀ ਸਭਨਾਂ ਨੂੰ ਛੂਹੇ। हे परमेश्वर, जिथे तक आवाज जाती थोड़ी आत्मा उत्थे तक पहुंचे, सबना नूं छूए प्रभु, उन्हां दी बीमारी दुख तकलीफ दर्दां नूं दूर करे। परमेश्वर गुआचियां नूं रब दे राह लियावे। तुसीं गुआचियां भेडां नूं लभण आए सी, गुआचियां नूं लभो, अपने चरणां विच लैके आ। दुखियां दे दुखां नूं दूर करो, शैतानां दीयां ताकतां नूं लोकां दीयां जिंदगियां तो नाश करो। ਜਿਹੜੇ ਬੇਰਾ ਕੁਰਾਹੇ ਪੈ ਗਏ ਉਹਨਾਂ ਨੂੰ ਆਪਣੇ ਰਾਹ ਤੇ ਲੈ ਕੇ ਆਓ। ਪਰਮੇਸ਼ਵਰ, ਤੁਹਾਡੀ ਆਤਮਾ ਦੀ ਸ਼ਕਤੀ, ਤੁਹਾਡੀ ਆਤਮਾ ਦੀ ਬਰਕਤ ਸਭਨਾਂ ਤੇ ਆਵੇ ਜੀਸਸ ਨਾਮ ਦੁਆਰਾ। ਸਾਡੇ ਪਿਤਾ ਜੋ ਸਵਰਗ ਵਿੱਚ ਹੈ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ, ਤੁਹਾਡਾ ਰਾਜ ਆਵੇ, ਤੁਹਾਡੇ ਹੁਕਮਾਂ ਤੇ ਚੱਲਿਆ ਜਾਏ। ਜ਼ਮੀਨ ਤੇ ਜਿਸ ਤਰ੍ਹਾਂ ਸਵਰਗ ਵਿੱਚ ਹੈ, ਪਰਮੇਸ਼ਵਰ ਸਾਨੂੰ ਅੱਜ ਦਾ ਖਾਣਾ ਦਿਓ। साढ़े पापा नूं माफ करो, सपना नूं असीं माफ कर दे, जिहड़ी साडे खिलाफ बात कीते सानूं परीक्षा च पैण तो बचाओ। तुहाडा है राज, महिमा, शक्ति साडे प्रभु जीसस पिता यहोवा जीसस। पवित्र आत्मा की शक्ति, शांति, आशीर्वाद आवे। इजराइल दा परमेश्वर आशीर्वाद देवे जीसस नाम द्वारा।